I welcome all the class 11 students to my biology class today. Students, we have started Unit 5 Human Physiology and we are doing chapter number 16 Digestion and Absorption. We had started the topic Alimentary Canal of Man and Digestive Glands. We have done one topic of this, that is Alimentary Canal of Man. So we are left with one associated topic, that is digestive glands. So today we will do these digestive glands in detail. Myself Kiran Bala Sharma, lecturer biology, Government Senior Secondary School, Connaur, District Patiala. ਜਿਹੜੀਆਂ ਇਹ ਡਾਈਜੈਸਟਿਵ ਗਲੈਂਡਸ ਆਪਾਂ ਅੱਜ ਕਰਨੀਆਂ ਸਟੂਡੈਂਟਸ, ਇਹ ਐਕਸੋਕਰਾਈਨ ਗਲੈਂਡਸ ਹੈ। ਇਹ ਯੂਸਫੁਲ ਸਕ੍ਰੀਸ਼ਨਸ ਪ੍ਰੋਡਿਊਸ ਕਰਦੀਆਂ, ਜਿਵੇਂ ਸਲਾਈਵਾ, ਗੈਸਟ੍ਰਿਕ ਜੂਸ, ਇਹ ਆਪਾਂ ਕਰਾਂਗੇ ਅੱਗੇ। ਤੇ ਇਹਨਾਂ ਦੀ ਇਹ ਜਿਹੜੇ ਜੂਸਿਸ ਹੈ ਇਹ ਡਕਟਸ ਦੇ ਥਰੂ, ਇਹਨਾਂ ਦੇ ਨਾਲ ਡਕਟਸ ਲੱਗੇ ਹੁੰਦੇ, ਡਕਟਸ ਦੇ ਥਰੂ ਆਪਣੇ ਟਾਰਗੇਟ ਪੁਆਇੰਟ ਦੇ ਉੱਤੇ ਪਹੁੰਚਾ ਦਿੱਤੇ ਜਾਂਦੇ ਆ। ਹੁਣ ਜਿਹੜੀਆਂ ਅਸੀਂ ਗਲੈਂਡਸ ਜਿਹੜੀਆਂ ਕਰਨੀਆਂ ਉਹ ਹੈ ਨੰਬਰ 1 ਦੇ ਉੱਤੇ ਸਲਿਵਰੀ ਗਲੈਂਡਸ, ਨੰਬਰ 2 ਲਿਵਰ, ਨੰਬਰ 3 ਪੈਂਕਰੀਆਸ। ਇਹ ਸਾਡੀਆਂ ਤਿੰਨ ਜਿਹੜੀਆਂ ਮੇਨ ਹੈ। ਤੇ ਉਸ ਤੋਂ ਬਾਅਦ ਇੰਟੈਸਟਾਈਨਲ ਗਲੈਂਡਸ ਤੇ ਗੈਸਟ੍ਰਿਕ ਗਲੈਂਡਸ। ਸਟੂਡੈਂਟ ਸਟਾਰਟ ਕਰਦੇ ਹਾਂ ਆਪਾਂ ਸਲਿਵਰੀ ਗਲੈਂਡਸ ਦੇ ਨਾਲ। ਇਹ ਤਿੰਨ ਪੇਅਰਸ ਹੁੰਦੀਆਂ ਸਲਿਵਰੀ ਗਲੈਂਡਸ, ਜਿਹੜੀਆਂ ਸਾਡੀ ਬਕਲ ਕੈਵਿਟੀ ਦੇ ਆਸ-ਪਾਸ ਹੈਗੀਆਂ, ਉਹਦੇ ਅੰਦਰ ਹੈ ਜਾਂ ਮਤਲਬ ਉਹਦੇ ਆਸ-ਪਾਸ ਹੈ। ਸਭ ਤੋਂ ਪਹਿਲੀਆਂ ਹੈ ਪੈਰੋਟਿਡ ਗਲੈਂਡਸ, ਜਿਹੜੀਆਂ ਤੁਸੀਂ ਦੇਖ ਰਹੇ ਹੋ ਈਅਰ ਦੇ ਨਜ਼ਦੀਕ ਹੈ, ਬਿਲਕੁਲ ਈਅਰ ਦੇ ਫਰੰਟ ਦੇ ਉੱਤੇ ਤੇ ਉਹਦਾ ਥੋੜ੍ਹਾ ਜਿਹਾ ਥੱਲੇ। ਸਬਲਿੰਗੁਅਲ ਗਲੈਂਡਸ ਜੀਭ ਦੇ ਨੀਚੇ ਹੈ। ਸਬ ਮੈਗਜ਼ਿਲਰੀ ਜਾਂ ਸਬ ਮੈਂਡੀਬੂਲਰ ਗਲੈਂਡਸ ਜਿਹੜੀਆਂ ਉਹ ਐਂਗਲ ਦੇ ਉੱਤੇ ਹੈ। ਮੈਂਡੀਬਲ ਕਿਹਨੂੰ ਕਹਿੰਦੇ ਅਸੀਂ ਲੋਅਰ ਜੌ ਨੂੰ, ਮੈਗਜ਼ਿਲਾ ਕਿਹਨੂੰ ਕਹਿੰਦੇ ਆਪਾਂ ਅਪਰ ਜੌ ਨੂੰ। ਤੇ ਇਹਨਾਂ ਦੋਨੋਂ ਜੌਜ਼ ਦੇ ਐਂਗਲ ਦੇ ਉੱਤੇ ਜਿਹੜੀ ਮੌਜੂਦ ਹੈ ਉਹਨੂੰ ਚਾਹੇ ਸਬ ਮੈਗਜ਼ਿਲਰੀ ਕਹਿ ਲਈਏ ਆਪਾਂ, ਚਾਹੇ ਉਹਨਾਂ ਨੂੰ ਸਬ ਮੈਂਡੀਬੂਲਰ ਕਹਿ ਲਈਏ। ਉਸ ਤੋਂ ਅੱਗੇ ਸਾਡੀ ਜਿਹੜੀ ਪੈਰੋਟਿਡ ਗਲੈਂਡ ਹੈ ਉਹ ਸਭ ਤੋਂ ਲਾਰਜੈਸਟ ਗਲੈਂਡ ਹੈ। ਸੋ ਇਹ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਈਅਰਸ ਦੇ ਆਸ-ਪਾਸ ਹੈ। ਐਂਡ ਇਹਦਾ ਜਿਹੜਾ ਡਕਟ ਹੈ ਉਹਨੂੰ ਅਸੀਂ ਸਟੈਂਸਨਸ ਡਕਟ ਕਹਿੰਦੇ ਹਾਂ। ਇਹ ਸਾਡਾ ਅਪਰ ਜੌ ਦਾ ਸੈਕੰਡ ਮੋਲਰ, ਜਿਹੜਾ ਵਿਚਕਾਰ ਵਾਲਾ ਮੋਲਰ ਹੈ, ਉਹਦੇ ਕੋਲ ਜਾ ਕੇ ਇਹ ਡਕਟ ਜਿਹੜਾ ਖੁੱਲ੍ਹਦਾ ਤੇ ਆਪਣੀ ਸਕ੍ਰੀਸ਼ਨ ਦਿੰਦਾ। ਸਬਲਿੰਗੁਅਲ ਗਲੈਂਡਸ ਜਿਹੜੀਆਂ ਉਹ ਸਭ ਤੋਂ ਛੋਟੀ ਗਲੈਂਡ ਹੈ, ਟੌਂਗ ਦੇ ਨੀਚੇ, ਜਿੱਦਾਂ ਮੈਂ ਦੱਸਿਆ ਤੁਹਾਨੂੰ। ਇਹਦਾ ਜਿਹੜਾ ਡਕਟ ਹੈ ਉਹਨੂੰ ਸਬਲਿੰਗੁਅਲ ਡਕਟ ਕਹੋਗੇ ਜਾਂ ਡਕਟ ਆਫ ਰਿਵੀਨਸ। ਸੋ ਇਹ ਓਰਲ ਕੈਵਿਟੀ ਦੇ ਫਲੋਰ ਦੇ ਉੱਤੇ ਖੁੱਲ੍ਹਦਾ ਹੈ। ਇਹਦੇ ਮਤਲਬ ਬਹੁਤ ਸਾਰੇ ਡਕਟਸ ਹੁੰਦੇ ਆ, ਸਬਲਿੰਗੁਅਲ ਡਕਟਸ ਜਿਹੜੇ ਬਹੁਤ ਸਾਰੇ ਹੁੰਦੇ ਆ, ਇਹ ਫਲੋਰ ਦੇ ਉੱਤੇ ਖੁੱਲ੍ਹਦੇ ਆ। ਸਬ ਮੈਗਜ਼ਿਲਰੀ ਜਾਂ ਸਬ ਮੈਂਡੀਬੂਲਰ ਜਿਹੜੇ ਗਲੈਂਡ ਹੈ ਉਹ ਮੀਡੀਅਮ ਸਾਈਜ਼ ਦੀ ਹੈ, ਐਂਗਲ ਦੇ ਉੱਤੇ ਮੌਜੂਦ ਹੈ। ਐਂਡ ਓਰਲ ਕੈਵਿਟੀ ਦੇ ਵਿੱਚ ਜਿਹੜੇ ਸਾਡੇ ਸੈਂਟਰਲ ਇਨਸੀਜ਼ਰਸ ਹੈ, ਚਾਰ ਹੈ ਨਾ ਇਨਸੀਜ਼ਰਸ, ਤਾਂ ਉਹਨਾਂ ਦੇ ਜਿਹੜਾ ਸੈਂਟਰ ਵਾਲੇ ਇਨਸੀਜ਼ਰਸ ਹੈ ਉਹਨਾਂ ਦੇ ਕੋਲ ਅੰਦਰਲੇ ਪਾਸੇ ਨੂੰ ਖੁੱਲ੍ਹਦੀ ਹੈ। ਡਕਟ ਦਾ ਨਾਮ ਹੈਗਾ ਵਾਟਨਸ ਡਕਟ। ਠੀਕ ਹੈ ਜੀ। ਹੁਣ ਇਹਨਾਂ ਤੋਂ ਜਿਹੜੀ ਤਿੰਨਾਂ ਗਲੈਂਡਸ ਤੋਂ ਸਕ੍ਰੀਸ਼ਨਸ ਜਿਹੜੀਆਂ ਮਿਲ ਕੇ ਬਣਦੀ ਹੈ ਉਹਨੂੰ ਅਸੀਂ ਕਹਿੰਦੇ ਸਲਾਈਵਾ। ਸਲਾਈਵਾ ਇੱਕ ਵਾਟਰੀ ਫਲੂਇਡ ਹੈ, ਥੋੜਾ ਚਿਪਚਿਪਾ ਮਿਊਕਸ ਹੈ ਉਹਦੇ 'ਚ, ਇਸ ਲਈ ਅਸੀਂ ਇਹਨੂੰ ਸੀਰੋ ਮਿਊਸਿਨਸ ਲਿਕੁਇਡ ਕਹਿ ਦਿੰਦੇ ਹਾਂ। ਇਹਦੀ ਟੋਟਲ ਜਿਹੜੀ ਡੇਲੀ ਪ੍ਰੋਡਕਸ਼ਨ ਹੈ ਉਹ 1 to 1.5 ਲੀਟਰਸ ਹੈ। ਇਹਦੀ ਪੀਐਚ ਜਿਹੜੀ ਹੈ ਉਹ ਨੀਅਰਲੀ ਨਿਊਟਰਲ ਹੈ, 6.8, ਦੈਟ ਇਜ਼ ਸਲਾਈਟਲੀ ਐਸਿਡਿਕ ਜਾਂ ਨੀਅਰਲੀ ਨਿਊਟਰਲ ਕਹਿ ਸਕਦੇ ਹੋ। 99.5% ਇਹਦੇ 'ਚ ਵਾਟਰ ਹੈ ਐਂਡ ਥੋੜ੍ਹੇ ਜਿਹੇ ਸਾਲਟ, ਜਿਨ੍ਹਾਂ ਨੂੰ ਅਸੀਂ ਇਲੈਕਟ੍ਰੋਲਾਈਟਸ ਕਹਿੰਦੇ ਹਾਂ, ਮਿਊਕਸ ਪ੍ਰੈਜ਼ੈਂਟ ਹੈ, ਗਲਾਈਕੋਪ੍ਰੋਟੀਨਸ ਪ੍ਰੈਜ਼ੈਂਟ ਹੈ। ਇੰਜ਼ਾਈਮਸ ਜਿਹੜੇ ਉਹ ਬਹੁਤ ਘੱਟ ਹੈ, ਸਿਰਫ 2 ਹੀ ਇੰਜ਼ਾਈਮਸ ਹੈ, ਉਹ ਆਪਾਂ ਕਰਾਂਗੇ ਹੁਣੇ, ਦੇ ਆਰ ਵੈਰੀ ਇੰਪੋਰਟੈਂਟ ਇੰਜ਼ਾਈਮਸ। ਤੇ ਐਂਟੀਬੈਕਟੀਰੀਅਲ ਇੰਜ਼ਾਈਮ ਜਿਹੜਾ ਉਹ ਮੌਜੂਦ ਹੈ। ਇਹਦੇ ਵਿੱਚ ਜਿਹੜਾ ਸਟਾਰਚ ਨੂੰ ਡਾਈਜੈਸਟ ਕਰਨ ਵਾਲਾ ਇੰਜ਼ਾਈਮ ਹੈ ਉਹ ਹੈ ਸਲਿਵਰੀ ਏਮਾਈਲੇਜ਼, ਜਿਹਦਾ ਦੂਸਰਾ ਜਿਹੜਾ ਨੇਮ ਹੈ ਉਹ ਹੈ ਟਾਇਲਿਨ। ਇਹਦੇ ਵਿੱਚ ਪੀ ਸਾਇਲੈਂਟ ਹੈ, ਜਦੋਂ ਅਸੀਂ ਪ੍ਰੋਨਾਊਂਸ ਕਰਦੇ ਹਾਂ ਤਾਂ ਪੀ ਦੀ ਆਵਾਜ਼ ਨਹੀਂ ਆਉਂਦੀ, ਟਾਇਲਿਨ। ਠੀਕ ਹੈ, PTYALIN, ਟਾਇਲਿਨ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਨੇਮ, ਇਹ ਯਾਦ ਰੱਖਣਾ ਹੈ, ਸਲਿਵਰੀ ਏਮਾਈਲੇਜ਼ ਜਾਂ ਟਾਇਲਿਨ। ਲਾਈਸੋਜ਼ਾਈਮ ਐਂਟੀਬੈਕਟੀਰੀਅਲ ਹੈ, ਇਹ ਬੈਕਟੀਰੀਆ ਨੂੰ ਕਿਲ ਕਰਦਾ ਜਿਹੜੇ ਫੂਡ ਦੇ ਵਿੱਚ ਆਉਂਦੇ ਹੈ। ਤਾਂ ਇਸ ਤਰੀਕੇ ਦੇ ਨਾਲ ਇਹ ਸਲਾਈਵਾ ਦੀ ਕੰਪੋਜੀਸ਼ਨ ਹੈ। ਹੁਣ ਅਸੀਂ ਕਰਦੇ ਫੰਕਸ਼ਨਸ ਆਫ ਸਲਾਈਵਾ। ਸਲਾਈਵਾ ਦੇ ਵਿੱਚ ਜਿਹੜਾ ਮਿਊਕਸ ਹੈ ਤੇ ਵਾਟਰ ਹੈ ਉਹਨਾਂ ਦਾ ਕੰਮ ਹੈ ਲਿਊਬਰੀਕੇਸ਼ਨ ਕਰਨਾ, ਫੂਡ ਦੀ ਲਿਊਬਰੀਕੇਸ਼ਨ, ਜਿਹੜਾ ਫੂਡ ਅਸੀਂ ਖਾ ਰਹੇ ਹਾਂ ਉਹਨੂੰ ਥੋੜਾ ਸੌਫਟ ਐਂਡ ਸਲਿਪਰੀ ਬਣਾਉਣਾ। ਨੰਬਰ 2 ਤੇ ਡਾਈਜੈਸ਼ਨ ਆਫ ਸਟਾਰਚ ਆ ਗਈ, ਉਹ ਤੁਹਾਨੂੰ ਮੈਂ ਦੱਸਦਾ ਟਾਇਲਿਨ ਨੇ ਕਰਨੀ ਹੈ। ਪਾਰਸ਼ੀਅਲ ਡਾਈਜੈਸ਼ਨ ਹੁੰਦੀ ਹੈ, ਇੱਥੇ ਸਾਰਾ ਸਟਾਰਚ ਜਿਹੜਾ ਸਾਡੇ ਫੂਡ ਦੇ ਵਿੱਚ ਮੌਜੂਦ ਉਹ ਡਾਈਜੈਸਟ ਨਹੀਂ ਹੁੰਦਾ, ਥੋੜਾ ਡਾਈਜੈਸਟ ਹੋਏਗਾ। ਐਂਟੀਮਾਈਕਰੋਬੀਅਲ ਐਕਸ਼ਨ ਜਿਹੜਾ ਉਹ ਲਾਈਸੋਜ਼ਾਈਮ ਨੇ ਕਰਨਾ ਹੈ। ਬਫਰਿੰਗ ਜਿਹੜੀ ਉਹ ਥੋੜੀ ਫੂਡ ਦੇ ਵਿੱਚ ਅਗਰ ਐਸਿਡਿਕ ਨੇਚਰ ਹੈ ਜਾਂ ਐਲਕਲਾਈਨ ਹੈ ਤਾਂ ਇਹ ਉਹਨੂੰ ਥੋੜਾ ਨਿਊਟਰਲਾਈਜ਼ ਕਰਦਾ ਹੈ। ਹਾਰਮੋਨਸ ਦੀ ਰੈਗੂਲੇਸ਼ਨ ਜਿਹੜੀ ਆ ਕਰਦਾ ਹੈ, ਅੱਗੇ ਜਿਹੜੇ ਸਾਡੇ ਇੰਟੈਸਟਾਈਨ ਦੇ ਅਲੱਗ ਪਾਰਟਸ ਦੇ ਵਿੱਚ ਬਣਦੇ ਆ। ਟੇਸਟ ਸੈਂਸੇਸ਼ਨ ਦੇ ਵਿੱਚ ਵੀ ਥੋੜੀ ਜੀ ਹੈਲਪ ਕਰਦਾ ਹੈ, ਇਨਹਾਂਸ ਕਰਦਾ। ਜਿੰਨਾ ਸਲਾਈਵਾ ਜ਼ਿਆਦਾ ਪ੍ਰੋਡਿਊਸ ਹੋਏਗਾ ਉਨਾ ਜ਼ਿਆਦਾ ਤੁਹਾਨੂੰ ਫੂਡ ਜਿਹੜਾ ਉਹ ਟੇਸਟੀ ਲੱਗੇਗਾ। ਸਾਡੀ ਅਗਲੀ ਗਲੈਂਡ ਹੈਗੀ ਲਿਵਰ। ਸਲਿਵਰੀ ਗਲੈਂਡਸ ਆਪਾਂ ਕਰ ਲਈਆਂ। ਲਿਵਰ ਜਿਹੜੀ ਉਹ ਸਾਡੀ ਬਾਡੀ ਦੀ ਲਾਰਜੈਸਟ ਗਲੈਂਡ ਹੈ ਔਰ ਇਹਨੂੰ ਐਕਸੋਕਰਾਈਨ ਗਲੈਂਡ ਕਿਹਾ ਜਾਂਦਾ ਹੈ ਕਿਉਂਕਿ ਇਹ ਹਾਰਮੋਨਸ ਨਹੀਂ ਬਣਾਉਂਦੀ ਹੈ, ਇਹ ਯੂਸਫੁਲ ਸਕ੍ਰੀਸ਼ਨਸ ਸਲਿਵਰੀ ਗਲੈਂਡ ਦੀ ਤਰ੍ਹਾਂ ਸਲਾਈਵਾ ਜਿੱਦਾਂ ਉਹ ਬਣਾਉਂਦੀਆਂ ਸੀ ਉੱਦਾਂ ਹੀ ਇਹ ਬਾਈਲ ਬਣਾਉਂਦੀ ਹੈ। ਇਹ ਇੱਕ ਬਲੂਇਸ਼ ਗ੍ਰੀਨ ਕਲਰ ਦਾ ਫਲੂਇਡ ਹੈ, ਸੋ ਜਿਹੜਾ ਐਲਕਲਾਈਨ ਨੇਚਰ ਦਾ ਹੈਗਾ। ਠੀਕ ਹੈ, ਇਹਦੇ ਬਾਰੇ ਆਪਾਂ ਅੱਗੇ ਪੜਾਂਗੇ। ਹੁਣ ਸਟਰਕਚਰ ਜਿਹੜੀ ਹੈ ਉਹ ਇਹਦੀ ਦੇਖੀਏ ਤਾਂ ਰੈਡਿਸ਼ ਬਰਾਊਨ ਇਹਦਾ ਕਲਰ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਕੋਨਿਕਲ ਜੀ ਸਟਰਕਚਰ ਹੈ
ਔਰ ਇਹਦੀ ਲੋਕੇਸ਼ਨ ਜਿਹੜੀ ਹੈ ਉਹ ਡਾਇਆਫਰਾਮ ਦੇ ਨੀਚੇ ਡਾਇਆਫਰਾਮ ਹੈ, ਠੀਕ ਹੈ। ਸੋ ਇਹ ਸਾਡੀ ਬੋਡੀ ਦੇ ਉੱਪਰ ਥੋਰੈਸਿਕ ਕੈਵਿਟੀ ਹੈ ਜਿਹਦੇ ਚ ਤੁਸੀਂ ਓਸੋਫੇਗਸ ਕੀਤਾ, ਤੇ ਇਹ ਅਪਰ ਰਾਈਟ ਕਾਰਨਰ ਡਾਇਆਫਰਾਮ ਦੇ ਜਸਟ ਨੀਚੇ ਅਪਰ ਰਾਈਟ ਕਾਰਨਰ ਸਾਡੀ ਰਾਈਟ ਹੈਂਡ ਜਿਹੜਾ ਉਹ ਅਗਰ ਤੁਸੀਂ ਦੇਖੋਗੇ ਤੁਹਾਡੀ ਰਾਈਟ ਸਾਈਡ ਹੈ ਉਧਰਲੇ ਪਾਸੇ ਮੌਜੂਦ ਹੈ। ਇਹਦੀਆਂ ਦੋ ਲੋਬਸ ਹੈ, ਠੀਕ ਹੈ। ਸੋ ਇਹ ਤੁਸੀਂ ਦੇਖ ਰਹੇ ਹੋ ਰਾਈਟ ਲੋਬ ਤੇ ਇਹ ਹੈਗੀ ਲੈਫਟ ਲੋਬ, ਠੀਕ ਹੈ। ਮੇਨ ਦੋ ਇਹ ਹੈ, ਦੋ ਸ਼ਾਰਟ ਵੀ ਹੋਰ ਹੁੰਦੀਆਂ ਪਰ ਮੇਨ ਦੋ ਲੋਬਸ ਜਿਹੜੀਆਂ ਇਹ ਹੈ। ਇਹਦਾ weight ਜਿਹੜਾ ਹੈ ਉਹ 1.2 to 1.5 kg ਫੀਮੇਲਸ ਦੇ ਵਿੱਚ ਹੈ ਤੇ ਮੇਲਸ ਵਿੱਚ ਥੋੜਾ ਜਿਹਾ ਭਾਰੀ ਹੈ, 1.4 to 1.8 kg ਹੈ। ਹੁਣ ਇਸ ਦੇ ਵਿੱਚ ਤੁਸੀਂ ਦੇਖੋ ਇੰਟਰਨਲ ਸਟਰਕਚਰ ਅਗਰ ਅਸੀਂ ਇਹਦੀ ਦੇਖੀਏ ਤਾਂ ਇੰਟਰਨਲ ਸਟਰਕਚਰ ਜਿਹੜੀ ਹੈ ਉਹਦੇ ਵਿੱਚ ਅੰਦਰ ਇਹਦੇ ਵਿੱਚ ਬਹੁਤ ਸਾਰੇ ਲੋਬਿਊਲਸ ਹੈ, ਠੀਕ ਹੈ। ਸੋ ਇਸ ਤਰ੍ਹਾਂ ਆਪਾਂ ਦੇਖੀਏ ਤਾਂ ਲੋਬਿਊਲਸ ਮੌਜੂਦ ਹੈ, ਗੋਲ ਗੋਲ ਜਿਹੜੇ ਸਟਰਕਚਰਸ ਜਿਹੜੀਆਂ ਇਹਨਾਂ ਦੇ ਆਲੇ ਦੁਆਲੇ ਲੋਬਿਊਲ ਦੇ ਆਲੇ ਦੁਆਲੇ ਕਨੈਕਟਿਵ ਟਿਸ਼ੂ ਦੀ ਇੱਕ ਸ਼ੀਥ ਹੁੰਦੀ ਹੈ, ਠੀਕ ਹੈ। ਸੋ ਕਨੈਕਟਿਵ ਟਿਸ਼ੂ ਦੀ ਸ਼ੀਥ ਹੈ ਜਿਹਨੂੰ ਅਸੀਂ ਗਲਿਸਨਸ ਕੈਪਸੂਲ ਕਹਿੰਦੇ ਹਾਂ, ਠੀਕ ਹੈ। ਸੋ ਇਟ ਇਜ਼ ਕਾਲਡ ਐਸ ਗਲਿਸਨਸ ਕੈਪਸੂਲ। ਇਹ ਬੜਾ ਇੰਪੋਰਟੈਂਟ ਹੈ ਨੀਟ ਦੇ ਕੁਐਸਚਨਸ ਦੇ ਲਈ, ਠੀਕ ਹੈ। ਗਲਿਸਨਸ ਕੈਪਸੂਲ ਦੈਨ ਅੰਦਰ ਇਹਦੇ ਵਿੱਚ ਸੈਲਸ ਹੈ, ਠੀਕ ਹੈ। ਸੋ ਔਰ ਸੈਲਸ ਜਿਹੜੇ ਹੈ ਇੱਦਾਂ ਅਰੇਂਜਡ ਹੈ ਕਿ ਜਿਵੇਂ ਰੱਸੀਆਂ ਦੀ ਤਰ੍ਹਾਂ, ਠੀਕ ਹੈ। ਸੋ ਇਹਨਾਂ ਨੂੰ ਅਸੀਂ ਹਿਪੈਟਿਕ ਸੈਲਸ ਕਹਿੰਦੇ ਹਾਂ, ਠੀਕ ਹੈ। ਸੋ ਦੇ ਆਰ ਕਾਲਡ ਐਸ ਹਿਪੈਟਿਕ ਸੈਲਸ, ਰਾਈਟ। ਸੋ ਇਹੀ ਸੈਲਸ ਹੈ ਜਿਹੜੇ ਬਾਈਲ ਪ੍ਰੋਡਿਊਸ ਕਰਦੇ ਹਿਪੈਟਿਕ ਸੈਲਸ। ਇਹ ਲੰਬੇ ਲੰਬੇ ਮਤਲਬ ਲਾਈਨਸ ਦੇ ਵਿੱਚ ਅਰੇਂਜਡ ਹੈ ਜਿਨ੍ਹਾਂ ਨੂੰ ਅਸੀਂ ਕੌਰਡ ਮਤਲਬ ਰੱਸੀ ਦੀ ਤਰ੍ਹਾਂ ਤੁਸੀਂ ਕਹਿ ਸਕਦੇ ਹੋ, ਕੌਰਡਸ ਦੀ ਤਰ੍ਹਾਂ, ਰਾਈਟ। ਇਹਦੇ ਵਿੱਚ ਇੱਕ ਬੜੇ ਇੰਪੋਰਟੈਂਟ ਹੋਰ ਸੈਲਸ ਹੈ, ਸੋ ਜਿਨ੍ਹਾਂ ਨੂੰ ਅਸੀਂ ਕੁਫਰ ਸੈਲਸ ਕਹਿੰਦੇ ਹਾਂ, ਠੀਕ ਹੈ। ਸੋ ਦੇ ਆਰ ਕਾਲਡ ਐਸ ਕੁਫਰ ਸੈਲਸ ਐਂਡ ਇਹ ਵਾਈਟ ਬਲੱਡ ਕਾਰਪਸਸ ਹੀ ਐਕਚੁਅਲੀ ਇਹਨਾਂ ਦਾ ਨਾਮ ਜਿਹੜਾ ਕੁਫਰ ਸੈਲ ਰੱਖਿਆ ਗਿਆ। ਇਹਨਾਂ ਦਾ ਕੰਮ ਹੈ ਬਾਹਰੋਂ ਤੋਂ ਕੋਈ ਵੀ ਵਾਇਰਸਿਸ ਬੈਕਟੀਰੀਆ ਆਉਂਦੇ ਆ ਤਾਂ ਉਹਨਾਂ ਨੂੰ ਕਿਲ ਕਰਨਾ, ਲਿਵਰ ਨੂੰ ਪ੍ਰੋਟੈਕਟ ਕਰਨਾ। ਨਾਓ ਹੁਣ ਅਸੀਂ ਡਕਟਸ ਦੇ ਉੱਤੇ ਪਹੁੰਚਦੇ ਹਾਂ। ਜਿਹੜੀ ਇਹਨੇ ਸਕ੍ਰੀਸ਼ਨ ਬਣਾਈ ਹੈ ਉਹ ਡਕਟਸ ਦੇ ਥਰੂ ਅੱਗੇ ਇੱਥੇ ਪਹੁੰਚਣੀ ਹੈ, that is up to the duodenum, that is first part of the small intestine ਵਿੱਚ ਪਹੁੰਚਣੀ ਹੈ। ਤਾਂ ਕਿਵੇਂ ਇਹ ਡਕਟਸ ਨਿਕਲਦੇ ਆ ਉਹ ਦੇਖਦੇ ਹਾਂ। ਰਾਈਟ ਲੋਬ ਤੋਂ ਰਾਈਟ ਹਿਪੈਟਿਕ ਡਕਟ, ਠੀਕ ਹੈ। ਸੋ ਨਿਕਲੇਗਾ, ਸੋ ਦਿਸ ਵਨ, ਠੀਕ ਹੈ। ਔਰ ਇਸ ਤੋਂ ਬਾਅਦ ਲੈਫਟ, ਸੋ ਲੋਬ ਤੋਂ ਲੈਫਟ ਹਿਪੈਟਿਕ ਡਕਟ, ਸੋ ਇਹ ਨਿਕਲੇਗਾ। ਉਸ ਤੋਂ ਬਾਅਦ ਇਹ ਦੋਨੋਂ ਕੰਬਾਈਨ ਕਰ ਜਾਂਦੇ ਆ ਕਾਮਨ, ਠੀਕ ਹੈ। ਸੋ ਇਹ ਹਿਪੈਟਿਕ ਡਕਟ ਬਣਾਉਂਦੇ ਆ, ਠੀਕ ਹੈ। ਕਾਮਨ ਹਿਪੈਟਿਕ ਅਤੇ ਕਾਮਨ ਹਿਪੈਟਿਕ ਡਕਟ ਮੈਂ ਸ਼ਾਰਟ ਫਾਰਮ 'ਚ ਲਿਖ ਦਿੰਦੀ ਹਾਂ। ਸੋ ਕਾਮਨ ਹਿਪੈਟਿਕ ਡਕਟ ਬਣਾਉਂਦੇ ਆ। ਦੈਨ ਇਹ ਹੈ ਗੋਲ ਬਲੈਡਰ, ਠੀਕ ਹੈ। ਸੋ ਜਿਹੜਾ ਕਿ ਸਾਡੇ ਵਿੱਚ ਮੈਮਲਸ ਵਿੱਚ ਮੌਜੂਦ ਹੈ, ਸਿਰਫ ਰੈਟ ਤੇ ਹਾਰਸ ਨੂੰ ਛੱਡ ਕੇ ਉਹਨਾਂ 'ਚ ਨਹੀਂ ਹੁੰਦਾ ਇਹ। ਤੇ ਇਹਦਾ ਕੰਮ ਹੈ ਬਾਈਲ ਨੂੰ ਸਟੋਰ ਕਰਨਾ ਜਿਹੜਾ ਲਿਵਰ ਦੇ ਵਿੱਚ ਉਹਦੀ ਬਣਦਾ ਹੈ। ਐਂਡ ਜਦੋਂ ਜ਼ਰੂਰਤ ਹੁੰਦੀ ਹੈ ਸਾਡੀ ਇੰਟੈਸਟਾਈਨ ਨੂੰ ਉਦੋਂ ਇਹ ਸਕਵੀਜ਼ ਕਰ ਜਾਂਦਾ ਤੇ ਬਾਈਲ ਨੂੰ ਰਿਲੀਜ਼ ਕਰ ਦਿੰਦਾ ਬਾਈ ਦਾ ਡਕਟ ਕਾਲਡ ਹੈ ਸਿਸਟਿਕ ਡਕਟ। ਇਹ ਵਾਲਾ ਜਿਹੜਾ ਡਕਟ ਤੁਸੀਂ ਦੇਖ ਰਹੇ ਹੋ, ਠੀਕ ਹੈ। ਸੋ ਇਹ ਹੈ ਸਿਸਟਿਕ ਡਕਟ, ਸਿਸਟਿਕ ਡਕਟ। ਨਾਓ ਸੋ ਜਦੋਂ ਇਹ ਸਿਸਟਿਕ ਡਕਟ ਇਹਦੇ 'ਚ ਕਾਮਨ ਹਿਪੈਟਿਕ ਡਕਟ 'ਚ ਮਿਲ ਜਾਂਦਾ ਤਾਂ ਫਿਰ ਇੱਕ ਡਕਟ ਜਿਹੜਾ ਇਹ ਵਾਲਾ ਬਣਦਾ ਇਹਨੂੰ ਅਸੀਂ ਕਹਿੰਦੇ ਬਾਈਲ ਡਕਟ, ਕਾਮਨ ਬਾਈਲ ਡਕਟ ਜਾਂ ਇਕੱਲਾ ਬਾਈਲ ਡਕਟ ਬੋਲ ਸਕਦੇ ਹੋ। ਇਹ ਅੱਗੇ ਜਾ ਕੇ ਪੈਂਕਰੀਏਟਿਕ ਡਕਟ ਜਿਹੜਾ ਪੈਂਕਰੀਆਸ ਤੋਂ ਆ ਰਿਹਾ, ਇਹ ਪੈਂਕਰੀਆਸ ਹੈ ਤੁਸੀਂ ਦੇਖ ਰਹੇ ਹੋ, ਤਾਂ ਪੈਂਕਰੀਆਸ ਦੇ ਵਿੱਚੋਂ ਦੀ ਪੈਂਕਰੀਏਟਿਕ ਡਕਟ ਆ ਰਿਹਾ ਉਹਦੇ ਵਿੱਚ ਜਾ ਕੇ ਖੁੱਲ ਜਾਂਦਾ। ਉੱਥੇ ਇੱਕ ਸਫਿੰਕਟਰ, ਸੋ ਇਹਨੂੰ ਇਹਦੀ ਜਿਹੜੀ ਵੈਲਵ ਹੈ ਉਹ ਗਾਈਡ ਕਰਦਾ, ਸਫਿੰਕਟਰ ਆਫ ਬॉयडन ਇਹਨੂੰ ਬੋਲਿਆ ਜਾਂਦਾ। ਉਸ ਤੋਂ ਬਾਅਦ ਫਿਰ ਇਹ ਪੈਂਕਰੀਏਟਿਕ ਡਕਟ ਤੇ ਬਾਈਲ ਡਕਟ ਮਿਲ ਕੇ ਦੋਨੋਂ ਇੱਕ ਡਕਟ ਬਣਾ ਰਿਹਾ ਸ਼ਾਰਟ ਜਿਹਾ, ਹਿਪੈਟੋ ਪੈਂਕਰੀਏਟਿਕ ਡਕਟ। ਹਿਪੈਟੋ ਪੈਂਕਰੀਏਟਿਕ ਡਕਟ ਅੱਗੇ ਇੱਕ ਸਵੂਲਨ ਸਟਰਕਚਰ ਜਿਹਨੂੰ ਅਸੀਂ ਐਂਪੂਲਾ ਬੋਲਦੇ ਹਾਂ, ਹਿਪੈਟੋ ਪੈਂਕਰੀਏਟਿਕ ਐਂਪੂਲਾ, ਜਿਹਨੂੰ ਐਂਪੂਲਾ ਆਫ ਵਾਟਰ ਵੀ ਕਿਹਾ ਜਾਂਦਾ, ਉਹਦੇ ਵਿੱਚ ਖੁੱਲ ਜਾਂਦਾ ਔਰ ਉਹ ਅੱਗੇ ਡਿਊਡੈਨਮ ਦੇ ਵਿੱਚ ਖੁੱਲਦਾ ਹੈ। ਇਹਦੀ ਜਿਹੜੀ ਇਹ ਓਪਨਿੰਗ ਹੈ, ਸੋ ਇਹਦੀ ਐਂਪੂਲਾ ਦੀ ਇਨਟੂ ਦਾ ਸਮਾਲ ਇੰਟੈਸਟਾਈਨ ਡਿਊਡੈਨਮ ਇਜ਼ ਅਗੇਨ ਗਾਰਡਡ ਵਿਦ ਅ ਸਰਕੂਲਰ ਸਫਿੰਕਟਰ ਕਾਲਡ ਸਫਿੰਕਟਰ ਆਫ ਓਡੀ। ਤੋ ਇਸ ਤਰ੍ਹਾਂ ਇੱਕ ਸਾਰਾ ਜਿਹੜਾ ਕੰਟਰੋਲ ਹੁੰਦੇ ਆ ਇਹਨਾਂ ਦੀਆਂ ਓਪਨਿੰਗਸ ਜਿਹੜੀਆਂ, ਠੀਕ ਹੈ। ਤੇ ਡਿਊਡੈਨਮ ਦੇ ਵਿੱਚ ਸੋ ਇਹ ਸਕ੍ਰੀਸ਼ਨਸ ਜਿਹੜੀਆਂ ਦੋ ਜਾ ਰਹੀਆਂ ਦਾ ਮਤਲਬ ਬਾਈਲ ਤੇ ਇੱਕ ਪੈਂਕਰੀਏਟਿਕ ਜੂਸ, ਤਾਂ ਕਿ ਡਿਊਡੈਨਮ ਦੇ ਵਿੱਚ ਫੂਡ ਦੀ ਫਰਦਰ ਡਾਈਜੈਸ਼ਨ ਹੋ ਸਕੇ। ਸਾਡੀ ਜਿਹੜੀ ਸੈਕਿੰਡ ਗਲੈਂਡ ਲਿਵਰ ਦੀ ਆਪਾਂ ਸਟਰਕਚਰ ਹੁਣੇ ਕੀਤੀ ਹੈ ਤਾਂ ਉਹਦੇ ਤੋਂ ਜਿਹੜੀ ਸਕ੍ਰੀਸ਼ਨ ਬਣਦੀ ਹੈ ਉਹਦਾ ਨਾਮ ਹੈ ਬਾਈਲ। ਬਾਈਲ ਜਿਹੜੀ ਹੈ ਉੱਥੇ ਮੌਜੂਦ ਹਿਪੈਟਿਕ ਸੈਲਸ ਤੋਂ ਬਣਦੇ ਹੈ, ਠੀਕ ਹੈ। ਇਹ ਸਕ੍ਰੀਸ਼ਨ ਜਿਹੜੀ ਹੈ ਬਲੂਇਸ਼ ਗ੍ਰੀਨ ਕਲਰ ਦੀ ਹੁੰਦੀ ਹੈ। ਇਹ ਆਪਣੇ ਡਕਟ ਦੇ ਥਰੂ ਹਿਪੈਟਿਕ ਡਕਟ ਜਿਹੜੇ ਸੋ ਰਾਈਟ ਐਂਡ ਲੈਫਟ ਲੋਬਸ ਤੋਂ ਨਿਕਲਦੇ ਹੈ ਤੇ ਫਿਰ ਕਾਮਨ ਹਿਪੈਟਿਕ ਡਕਟ ਬਣਦਾ ਹੈ, ਤਾਂ ਉਹਦੇ ਥਰੂ ਇਹ ਅੱਗੇ ਆਪਣੇ ਟਾਰਗੇਟ ਪੁਆਇੰਟ ਦੇ ਉੱਤੇ ਪਹੁੰਚਦੇ ਹੈ, ਠੀਕ ਹੈ। ਸੋ ਔਰ ਇਹਨੂੰ ਗੋਲ ਬਲੈਡਰ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ, ਥੋੜਾ ਕਨਸੈਂਟਰੇਟ ਕੀਤਾ ਜਾਂਦਾ ਹੈ, ਜਿਹੜਾ ਕਿ ਇੱਕ ਥਿਨ ਮਸਕੂਲਰ ਸੈਕ ਹੈ ਜਸਟ ਲਿਵਰ ਦੇ ਨੀਚੇ ਮੌਜੂਦ ਹੈ, ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕੀਤੀ ਹੈ। ਬਾਈਲ ਦੀ ਜਿਹੜੀ ਪੀਐਚ ਹੈ ਉਹ 8.6 ਹੈ, ਐਲਕੇਲਾਈਨ ਨੇਚਰ ਹੈ ਦੇਅਰਫੋਰ, ਠੀਕ ਹੈ। ਇਹ 0.5 ਤੋਂ ਲੈ ਕੇ 1 ਲੀਟਰ ਦੇ ਕਰੀਬ ਜਾਂ 500 ਤੋਂ ਲੈ ਕੇ 1000 ਮਿਲੀਲੀਟਰ ਕਹਿ ਸਕਦੇ ਆਪਾਂ ਪਰ ਡੇ ਪ੍ਰੋਡਿਊਸ ਹੁੰਦਾ ਹੈ। ਇਹਦੇ ਵਿੱਚ ਬਹੁਤ ਇੰਪੋਰਟੈਂਟ ਬਾਈਲ ਸਾਲਟਸ ਮੌਜੂਦ ਹੈ, ਸੋ ਜਿਨ੍ਹਾਂ ਦੇ ਨਾਮ ਜਿਹੜੇ ਆ ਉਹ ਸੋਡੀਅਮ ਬਾਈਕਾਰਬੋਨੇਟ,
ਸੋਡੀਅਮ ਗਲਾਈਕੋਕੋਲੇਟ, ਸੋਡੀਅਮ ਟੋਰੋਕੋਲੇਟ। ਇਹ ਸੌਲਟਸ ਜਿਹੜੇ ਹੈ ਫੈਟਸ ਦੀ ਇਮਲਸੀਫਿਕੇਸ਼ਨ ਦੇ ਲਈ ਜ਼ਰੂਰੀ ਹੈ। ਇਮਲਸੀਫਿਕੇਸ਼ਨ ਦਾ ਮਤਲਬ ਹੁੰਦਾ ਕਿ ਫੈਟ ਦੇ ਵੱਡੇ ਵੱਡੇ ਡ੍ਰੌਪਲੇਟਸ ਨੂੰ ਛੋਟੇ ਛੋਟੇ ਡ੍ਰੌਪਲੇਟਸ ਦੇ ਵਿੱਚ ਕਨਵਰਟ ਕਰਕੇ ਸਰਫੇਸ ਏਰੀਆ ਇੰਕਰੀਜ਼ ਕਰਨਾ, ਤਾਂ ਕਿ ਫੈਟਸ ਜਿਹੜੇ ਆ, ਕਿਉਂਕਿ ਜ਼ਿਆਦਾ ਟਾਈਮ ਲੈਂਦੇ ਆ ਡਾਈਜੈਸ਼ਨ ਦੇ ਲਈ, ਤਾਂ ਉਹਦਾ ਟਾਈਮ ਨੂੰ ਘਟਾਇਆ ਜਾ ਸਕੇ। ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਏਗਾ ਉਹਨਾਂ ਇੰਜ਼ਾਈਮਸ ਐਕਸ਼ਨ ਜਿਹੜਾ ਉਹ ਫਾਸਟ ਹੋਏਗਾ ਔਰ ਫੈਟਸ ਜਿਹੜੇ ਉਹ ਜਲਦੀ ਡਾਈਜੈਸਟ ਹੋ ਜਾਣਗੇ। ਸੋ ਦੇਅਰਫੋਰ ਉਹਨੂੰ ਅਸੀਂ ਇਮਲਸੀਫਿਕੇਸ਼ਨ ਕਹਿੰਦੇ ਹਾਂ। ਇਹ ਬੜਾ ਵੱਡਾ ਰੋਲ ਹੈ, ਕਿਉਂਕਿ ਬਾਇਲ ਦੇ ਵਿੱਚ ਕੋਈ ਇੰਜ਼ਾਈਮਸ ਨਹੀਂ ਹੁੰਦੇ ਹੈ, ਤੇ ਇਹ ਬਾਇਲ ਸੌਲਟਸ ਹੀ ਹੁੰਦੇ ਜਿਹੜੇ ਇਮਲਸੀਫਿਕੇਸ਼ਨ ਦੇ ਵਿੱਚ ਮਦਦ ਕਰਦੇ ਆ। ਇਹਦਾ ਮਤਲਬ ਇਹਦਾ ਮੇਨ ਕੰਮ ਜਿਹੜਾ ਉਹ ਇਮਲਸੀਫਿਕੇਸ਼ਨ ਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਗੋਲ ਬਲੈਡਰ ਹੈ ਉਹਦੇ ਤੋਂ ਡਕਟ ਨਿਕਲਦਾ, ਸਿਸਟਿਕ ਡਕਟ, ਜਿਹਦਾ ਮੈਂ ਦੱਸਿਆ ਤੁਹਾਨੂੰ, ਠੀਕ ਹੈ। ਤੇ ਉਹ ਕਾਮਨ ਬਾਈਲ ਡਕਟ ਜਿਹੜਾ ਬਣਾਉਂਦਾ ਹੈ, ਠੀਕ ਹੈ। ਸੋ ਮਿਲ ਕੇ ਹੀਪੈਟਿਕ ਡਕਟ ਦੇ ਨਾਲ, ਔਰ ਫਿਰ ਇਹ ਜਿਹੜਾ ਡਕਟ ਹੈ ਉਹ ਅੱਗੇ ਖੁੱਲ ਜਾਂਦਾ ਹੈ, ਸੋ ਇਨਟੂ ਦਾ ਡੂਡੈਨਮ, ਠੀਕ ਹੈ। ਸੋ ਬਾਈ ਦਾ ਹੀਪੈਟੋਪੈਂਕਰੀਏਟਿਕ ਡਕਟ ਵਿਚ ਇਜ਼ ਗਾਰਡਡ ਵਿਦ ਦ ਸਫਿੰਕਟਰ ਆਫ ਓਡੀ। ਹੁਣ ਸਟੂਡੈਂਟਸ ਫੰਕਸ਼ਨਸ ਆਫ ਲਿਵਰ ਕਰਦੇ ਹਾਂ ਆਪਾਂ। ਤਾਂ ਲਿਵਰ ਦੇ ਫੰਕਸ਼ਨਸ ਜਿਹੜੇ ਉਹ ਕੀ ਹੈ, ਦੇਖੋ 1 ਬਾਏ 1 ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਰਾਈਟ ਸਾਈਡ ਤੋਂ ਸ਼ੁਰੂ ਹੁੰਦੇ ਹਾਂ। ਨੰਬਰ 1, ਪ੍ਰੀਵੈਂਟਸ ਦਾ ਸ਼ਾਰਟੇਜ ਆਫ ਨਿਊਟ੍ਰੀਐਂਟਸ ਬਾਈ ਸਟੋਰਿੰਗ ਵਿਟਾਮਿਨਸ, ਮਿਨਰਲਸ ਐਂਡ ਸ਼ੂਗਰਸ। ਮਤਲਬ ਸਟੋਰੇਜ ਦਾ ਜਿਹੜਾ ਕੰਮ ਕਰਦਾ ਹੈ ਨਿਊਟ੍ਰੀਐਂਟਸ ਨੂੰ, ਔਰ ਬਾਡੀ ਨੂੰ ਜਦੋਂ ਵੀ ਵਿਟਾਮਿਨਸ ਦੀ, ਮਿਨਰਲਸ ਦੀ, ਸ਼ੂਗਰ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਇੱਥੋਂ ਦੀ ਲੈ ਲੈਂਦਾ ਹੈ ਇਹ। ਸੋ ਸ਼ਾਰਟੇਜ ਨੂੰ ਨਿਊਟ੍ਰੀਐਂਟਸ ਦੀ ਜਿਹੜੀ ਉਹ ਖਤਮ ਕਰਦਾ, ਪ੍ਰੀਵੈਂਟ ਕਰਦਾ। ਨੰਬਰ 2, ਪ੍ਰੋਡਿਊਸਿਸ ਦਾ ਮੋਸਟ ਪ੍ਰੋਟੀਨਸ ਨੀਡਡ ਬਾਈ ਦਾ ਬਾਡੀ। ਮੈਕਸਿਮਮ ਪ੍ਰੋਟੀਨਸ ਜਿਹੜੀਆਂ ਸਾਡੀਆਂ ਬਲੱਡ ਦੇ ਵਿੱਚ ਵੀ ਜਿਹੜੀਆਂ ਪ੍ਰੋਟੀਨਸ ਜਿਹੜੀਆਂ ਮੌਜੂਦ ਹੁੰਦੀਆਂ ਉਹ ਲਿਵਰ ਤੋਂ ਹੀ ਬਣਦੀਆਂ। ਦੈਨ ਤੀਸਰਾ ਕੰਮ ਹੈ, ਸੋ ਇਹ ਬਾਈਲ ਪ੍ਰੋਡਿਊਸ ਕਰਦਾ, ਜਿਹਦੇ ਬਾਰੇ ਅਸੀਂ ਕੀਤਾ, ਠੀਕ ਹੈ। ਸੋ ਦੈਨ ਵਿਚ ਇਜ਼ ਨੀਡਡ ਫॉर द डाइजेशन ऑफ द फैट्स, ਇਮਲਸੀਫਿਕੇਸ਼ਨ ਆਫ ਦ ਫੈਟਸ, ਯੂ ਕੈਨ ਸੀ। ਪਰ ਇੱਕ ਹੋਰ ਇੰਪੋਰਟੈਂਟ ਇਹਦਾ ਫੰਕਸ਼ਨ ਹੈ ਨਾਲ ਹੀ, ਕਿ ਫੈਟਸ ਦੇ ਥਰੂ ਅਸੀਂ ਕੁਝ ਫੈਟ ਸੋਲੂਬਲ ਵਿਟਾਮਿਨਸ ਹੁੰਦੇ ਆ ਜਿਨ੍ਹਾਂ ਨੂੰ ਐਬਜ਼ੌਰਬ ਕਰ ਸਕਦੇ ਹਾਂ। ਤੇ ਇਹਦਾ ਮਤਲਬ ਕਿ ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਈ ਤੇ ਕੇ, ਇਹ ਫੈਟ ਸੋਲੂਬਲ ਹੁੰਦੇ ਆ। ਇਹਨਾਂ ਦੀ ਐਬਜ਼ੌਰਪਸ਼ਨ ਜਿਹੜੀ ਹੈ ਸੋ ਉਹਦੇ ਵਿੱਚ ਵੀ ਇਹ ਮਦਦ ਕਰਦਾ। ਸੋ ਜਿਹੜਾ ਇਹਦੇ ਤੋਂ ਬਾਈਲ ਪ੍ਰੋਡਿਊਸ ਹੁੰਦਾ ਉਹ ਮਦਦ ਕਰਦਾ। ਨੈਕਸਟ, ਸੋ ਪ੍ਰੋਡਿਊਸਿਸ ਮੋਸਟ ਆਫ ਦ ਸਬਸਟੈਂਸਿਸ ਦੈਟ ਰੈਗੂਲੇਟ ਦ ਬਲੱਡ ਕਲੌਟਿੰਗ। ਬਲੱਡ ਕਲੌਟਿੰਗ ਫੈਕਟਰਸ ਜਿਹੜੇ ਇਹ ਬਹੁਤ ਸਾਰੇ ਪ੍ਰੋਡਿਊਸ ਕਰਦਾ ਬਲੱਡ ਦੇ ਵਿੱਚ, ਜਿਹੜੇ ਬਲੱਡ ਦੀ ਕਲੌਟਿੰਗ ਨੂੰ ਰੈਗੂਲੇਟ ਕਰਦੇ ਆ। ਜਦੋਂ ਸਾਡੇ ਕੋਈ ਸੱਟ ਲੱਗ ਜਾਂਦੀ ਹੈ ਤਾਂ ਬਲੀਡਿੰਗ ਹੋ ਰਹੀ ਹੈ, ਤਾਂ ਉਹਨੂੰ ਬਲੀਡਿੰਗ ਨੂੰ ਰੋਕਣ ਦੇ ਲਈ ਬਲੱਡ ਕਲੌਟਿੰਗ ਹੁੰਦੀ ਹੈ। ਉਹ ਬਲੱਡ ਕਲੌਟਿੰਗ ਦੇ ਜਿਹੜੇ ਫੈਕਟਰਸ ਹੈ ਉਹ ਲਿਵਰ ਤੋਂ ਪ੍ਰੋਡਿਊਸ ਹੁੰਦੇ ਆ। Then it helps your body to fight infections by removing bacteria from the blood. Then metabolizes or breaks down nutrients from the food to produce energy when needed. ਜਿੱਦਾਂ ਹੁਣ ਮੰਨ ਲਓ ਕਿ ਗਲਾਈਕੋਜਨ ਇਹਦੇ ਵਿੱਚ ਸਟੋਰਡ ਹੈ, ਤਾਂ ਅਗਰ ਸਾਡੀ ਬਾਡੀ ਦੇ ਵਿੱਚ, ਬਲੱਡ ਦੇ ਵਿੱਚ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ ਤਾਂ ਇਹ ਉਹਨੂੰ ਗਲਾਈਕੋਜਨ ਨੂੰ ਗਲੂਕੋਜ਼ ਦੇ ਵਿੱਚ ਕਨਵਰਟ ਕਰ ਦੇਗਾ, ਔਰ ਗਲੂਕੋਜ਼ ਤੋਂ ਫਿਰ ਅਸੀਂ ਐਨਰਜੀ ਜਿਹੜੀ ਆਪਣੀ ਡਰਾ ਕਰ ਲਾਂਗੇ। ਤਾਂ ਇਸ ਤਰੀਕੇ ਦੇ ਨਾਲ ਇਹ ਮੈਟਾਬੋਲਿਜ਼ਮ ਵੀ ਸੋ ਕੰਟਰੋਲ ਕਰਦਾ ਹੈ। ਦੈਨ ਸੋ ਇਸ ਦਾ ਇੱਕ ਲਾਸਟ ਆਪਾਂ ਫੰਕਸ਼ਨ ਕਰਾਂਗੇ, ਬੜਾ ਇੰਪੋਰਟੈਂਟ ਹੈ, ਉਹ ਹੈ ਡੀਟੌਕਸੀਫਿਕੇਸ਼ਨ ਦਾ। ਸੋ ਇਹ ਬਹੁਤ ਸਾਰੇ ਟੌਕਸਿਕ ਸਬਸਟੈਂਸਿਸ ਜਿਹੜੇ ਐਜ਼ ਏ ਬਾਈ ਪ੍ਰੋਡਕਟ, ਮਤਲਬ ਵੇਸਟ ਮਟੀਰੀਅਲਸ ਪ੍ਰੋਡਿਊਸ ਹੁੰਦੇ ਆ, ਤਾਂ ਜਾਂ ਸਾਡੀਆਂ ਜਿਹੜੀਆਂ ਅਸੀਂ ਦਵਾਈਆਂ ਵਗੈਰਾ ਖਾਂਦੇ ਹਾਂ ਉਹਨਾਂ ਦੇ ਵਿੱਚ ਕੋਈ ਟੌਕਸਿਕ ਸਬਸਟੈਂਸਿਸ ਹੁੰਦੇ ਆ, ਤੇ ਇਹ ਉਹਨਾਂ ਨੂੰ ਰਿਮੂਵ ਕਰਨ ਦੀ ਸੋ ਕੋਸ਼ਿਸ਼ ਜਿਹੜੀ ਹੈ ਕਰਦਾ, ਰਿਮੂਵ ਕਰਦਾ ਹੈ। ਤਾਂ ਇਹ ਹੈ ਸਟੂਡੈਂਟਸ ਇਹਦੇ ਫੰਕਸ਼ਨਸ। ਅਸੀਂ ਹੁਣ ਤੀਸਰੀ ਗਲੈਂਡ ਦੇ ਉੱਤੇ ਪਹੁੰਚ ਗਏ, ਪੈਂਕਰੀਆਸ। ਇਹ ਵੀ ਬੜੀ ਇੰਪੋਰਟੈਂਟ ਗਲੈਂਡ ਹੈ ਸਾਡੀ ਬਾਡੀ ਦੀ, ਇਹਦੇ ਤੋਂ ਬਿਨਾਂ ਸਾਡੀ ਸਰਵਾਈਵਲ ਨਹੀਂ ਹੁੰਦੀ ਹੈ। ਸੋ ਪੈਂਕਰੀਆਸ ਇੱਕ ਲੌਂਗ ਸੌਫਟ ਲੋਬੂਲੇਟਡ, ਮਤਲਬ ਲੋਬਿਊਲਸ ਇਹਦੇ ਅੰਦਰ ਵੀ, ਗ੍ਰੇਇਸ਼ ਪਿੰਕ ਇਹਦਾ ਕਲਰ ਹੈ, ਸਿਲੰਡਰ ਆਰਗਨ ਹੈ, ਲੀਫ ਲਾਈਕ ਤੁਸੀਂ ਕਹਿ ਸਕਦੇ ਹੋ। ਸੈਕੰਡ ਲਾਰਜੈਸਟ ਗਲੈਂਡ ਹੈ ਲਿਵਰ ਤੋਂ ਬਾਅਦ, ਸੈਕੰਡ ਨੰਬਰ ਇਹਦਾ ਹੈ। ਐਂਡ ਇਹ ਕਿੱਥੇ ਲੋਕੇਟਡ ਹੈ? ਸਟਮਕ ਦੇ ਬਿਲਕੁਲ ਨੀਚੇ, ਠੀਕ ਹੈ। ਔਰ ਡਿਊਡੈਨਮ ਦਾ ਜਿਹੜਾ ਇਹ ਯੂ ਸ਼ੇਪ ਹੈ ਉਹਦੇ ਵਿੱਚ ਇਹ ਐਡਜਸਟਡ ਹੈ, ਠੀਕ ਹੈ, ਲੋਕੇਟਡ ਪੋਸਟੀਰੀਅਰ ਟੂ ਦਾ ਬਾਟਮ ਹਾਫ ਆਫ ਦਾ ਸਟਮਕ। ਔਰ ਇਹਦੀ ਲੈਂਥ ਕਿੰਨੀ ਹੈ? 12 to 15 ਸੈਂਟੀਮੀਟਰ ਐਂਡ 2.5 ਸੈਂਟੀਮੀਟਰ ਇਹ ਵਾਈਡ ਹੈ, 60 ਗ੍ਰਾਮ ਇਹਦਾ ਵੇਟ ਹੈ। ਦੈਨ ਇਹਦੇ 3 ਹਿੱਸੇ ਮੇਨ ਹੈ ਜਿਹੜੇ ਦੇਖ ਰਹੇ ਹੋ ਤੁਸੀਂ, ਵੈਸੇ ਇੱਥੇ 4 ਲੇਬਲਡ ਹੈ ਬਟ ਮੇਨ 3 ਹੈ, ਹੈਡ, ਬੋਡੀ ਐਂਡ ਟੇਲ। ਹੈਡ, ਨੈਕ, ਬੋਡੀ, ਟੇਲ ਲਿਖਿਆ ਨਾ, ਸੋ ਨੈਕ ਜਿਹੜਾ ਉਹ ਆਪਾਂ ਛੱਡੇ, ਮੇਨ ਜਿਹੜੇ ਪਾਰਟ ਹੈ ਹੈਡ, ਬੋਡੀ ਐਂਡ ਟੇਲ। ਜਿਹੜਾ ਡੂਡੈਨਮ ਵਾਲੇ ਪਾਸੇ ਦਾ ਹਿੱਸਾ ਹੈ ਉਹ ਹੈਡ ਹੈ, ਰਾਈਟ। ਉਸ ਤੋਂ ਅੱਗੇ ਪੈਂਕਰੀਆਸ ਜਿਹੜਾ ਡੂਡੈਨਮ ਦੇ ਨਾਲ ਜਦੋਂ ਕਨੈਕਟ ਕਰਦਾ ਹੈ, ਤਾਂ ਆਪਾਂ ਪਹਿਲਾਂ ਕੀਤਾ ਸੀਗਾ ਲਿਵਰ ਦੇ ਵਿੱਚ, ਤਾਂ ਪੈਂਕਰੀਏਟਿਕ ਡਕਟ ਜਿਹੜਾ ਇਹਦੇ ਵਿੱਚੋਂ ਦੀ ਨਿਕਲਦਾ ਉਹ ਉੱਪਰੋਂ ਦੀ ਜਿਹੜਾ ਗੋਲ ਬਲੈਡਰ ਤੋਂ ਤੇ ਲਿਵਰ ਤੋਂ ਜਿਹੜੇ ਹੀਪੈਟਿਕ ਡਕਟ ਸੀ ਉਹਨਾਂ ਤੋਂ ਮਿਲ ਕੇ ਜਿਹੜਾ ਬਣਿਆ ਸੀ ਬਾਈਲ ਡਕਟ, ਉਹਦੇ ਨਾਲ ਮਿਲ ਜਾਂਦਾ। ਤੇ ਕੀ ਬਣਾਇਆ ਸੀਗਾ ਉਹਨੇ? ਹੀਪੈਟੋ ਪੈਂਕਰੀਏਟਿਕ ਡਕਟ। ਤੇ ਆਪਾਂ ਡਾਇਗਰਾਮ 'ਚ ਕੀਤਾ ਸੀਗਾ ਕਿ ਇੱਕ ਸਵੂਲਨ ਜਿਹਾ ਏਰੀਆ ਹੀਪੈਟੋ ਪੈਂਕਰੀਏਟਿਕ ਐਂਪੂਲਾ, ਉੱਥੇ ਫਿਰ ਇਹ ਖੁੱਲ੍ਹਦਾ ਤੇ ਡੂਡੈਨਮ ਦੇ ਵਿੱਚ ਕਮਿਊਨੀਕੇਟ ਕਰਦਾ। ਮਤਲਬ ਪੈਂਕਰੀਏਟਿਕ ਜਿਹੜਾ ਜੂਸ ਇੱਥੇ ਬਣੇਗਾ
ਤਾਂ ਉਹ ਪੈਂਕਰੀਏਟਿਕ ਡਕਟ ਦੇ ਥਰੂ ਉੱਥੇ ਪਹੁੰਚੇਗਾ। ਇਹਦਾ ਕਨੈਕਸ਼ਨ ਹੈ ਡੂਡੈਨਮ ਮਤਲਬ ਸਮਾਲ ਇੰਟੈਸਟਾਈਨ ਦੇ ਨਾਲ। ਨੈਕਸਟ ਪਾਰਟ ਜਿਹੜਾ ਸਾਡਾ ਉਹ ਹੈ ਕਿ ਇਹ ਜਿਹੜੀ ਪੈਂਕਰੀਆਸ ਹੈ ਇਹ ਇੱਕ ਹੈਟਰੋਕਰਾਈਨ ਗਲੈਂਡ ਹੈ। ਤੁਸੀਂ ਵਰਡ ਇੱਕ ਐਕਸੋਕਰਾਈਨ ਸੁਣਿਆ, ਜਿੰਨੀਆਂ ਵੀ ਅਸੀਂ ਗਲੈਂਡਸ ਕਰ ਰਹੇ ਹਾਂ ਉਹ ਮੈਕਸਿਮਮ ਐਕਸੋਕਰਾਈਨ ਗਲੈਂਡਸ ਹੈ, ਮਤਲਬ ਡਕਟ ਵਾਲੀਆਂ ਗਲੈਂਡਸ, ਇਹਨਾਂ ਦੇ ਡਕਟ ਹੁੰਦੇ ਆ ਤੇ ਇਹ ਹਾਰਮੋਨਸ ਨਹੀਂ ਬਣਾਉਂਦੀਆਂ, ਇਹ ਯੂਜ਼ਫੁਲ ਸਕ੍ਰੀਸ਼ਨਸ ਬਣਾਉਂਦੀਆਂ। ਪਰ ਪੈਂਕਰੀਆਸ ਇੱਕ ਇੱਦਾਂ ਦੀ ਗਲੈਂਡ ਹੈ ਜਿਹੜੀ ਹਾਰਮੋਨਸ ਵੀ ਬਣਾਉਂਦੀ ਹੈ। ਜਦੋਂ ਇਹ ਦੋਨੋਂ ਕੰਮ ਕਰਦੀ ਹੈ ਐਕਸੋਕਰਾਈਨ ਤੇ ਐਂਡੋਕਰਾਈਨ, ਹਾਰਮੋਨ ਬਣਾਉਣਾ ਮਤਲਬ ਐਂਡੋਕਰਾਈਨ, ਤਾਂ ਫਿਰ ਅਸੀਂ ਇਹਨੂੰ ਕਹਿੰਦੇ ਹਾਂ ਇੱਦਾਂ ਦੀ ਗਲੈਂਡਸ ਨੂੰ ਹੈਟਰੋਕਰਾਈਨ ਗਲੈਂਡਸ। ਇਹ ਹੈਟਰੋਕਰਾਈਨ ਗਲੈਂਡ ਹੈ, ਯਾਦ ਰੱਖਣਾ ਤੁਸੀਂ। ਇਹਦੇ ਅੰਦਰ ਹੁਣ ਜਿਹੜਾ ਐਕਸੋਕਰਾਈਨ ਪਾਰਟ ਹੈ, ਠੀਕ ਹੈ, ਉਹ ਦੇਖੋ ਅਗਰ ਤੁਸੀਂ, ਤਾਂ ਇਹਦੇ ਵਿੱਚ ਮੈਂ ਰਾਊਂਡ ਕੀਤਾ ਐਸੀਨਾਈ, ਮਤਲਬ ਗੋਲ ਗੋਲ ਲੋਬਿਊਲਸ ਹੈ, ਰਾਊਂਡ ਲੋਬਿਊਲਸ ਪ੍ਰੈਜ਼ੈਂਟ ਹੈ। ਸੋ ਜਿਹੜੇ ਤੁਸੀਂ ਇਹ ਜਿਹੜਾ ਸੈਕਸ਼ਨਸ ਰਾਈਟ ਸਾਈਡ ਦੇ ਉੱਤੇ ਹੈ ਉੱਥੇ ਵੀ ਤੁਸੀਂ ਦੇਖ ਰਹੇ ਹੋ ਪੈਨਕ੍ਰੀਏਟਿਕ ਐਸੀਨਾਈ ਮੈਂ ਰਾਊਂਡ ਕੀਤੇ ਹੈ, ਤਾਂ ਇਹ ਮੌਜੂਦ ਹੈ। ਲੋਬਿਊਲਸ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਇੱਥੇ ਬਣਦਾ ਪੈਂਕ੍ਰੀਏਟਿਕ ਜੂਸ। ਫਿਰ ਇਹ ਜਿਹੜਾ ਪੈਂਕ੍ਰੀਏਟਿਕ ਜੂਸ ਹੈ ਉਹ ਪੈਂਕ੍ਰੀਏਟਿਕ ਡਕਟ ਦੇ ਥਰੂ, ਸੋ ਜਿੱਦਾਂ ਤੁਸੀਂ ਲੈਫਟ ਸਾਈਡ ਦੀ ਡਾਇਗਰਾਮ ਦੇ ਉੱਤੇ ਦੇਖ ਰਹੇ ਹੋ, ਉਸ ਦੇ ਥਰੂ ਡੂਡੈਨਮ ਦੇ ਵਿੱਚ ਚਲਾ ਜਾਏਗਾ। ਜਿਹੜਾ ਪੈਂਕ੍ਰੀਏਟਿਕ ਜੂਸ ਇਸ ਐਕਸੋਕਰਾਈਨ ਪਾਰਟ ਤੋਂ ਬਣੇਗਾ ਉਹਦੇ ਬਾਰੇ ਪਹਿਲਾਂ ਗੱਲ ਕਰ ਲੈਂਦੇ ਹਾਂ। ਤੇ ਇਹ 1 ਲੀਟਰ ਦੇ ਕਰੀਬ ਪਰ ਡੇ ਬਣਦਾ ਹੈ। ਇਹਦੀ 8.4 pH ਹੁੰਦੀ ਹੈ, ਮਤਲਬ ਐਲਕੇਲਾਈਨ ਹੈ, ਠੀਕ ਹੈ। ਇਹਦੇ ਵਿੱਚ ਇੰਜ਼ਾਈਮਸ ਜਿਹੜੇ ਹੈ ਉਹ ਹਰ ਤਰ੍ਹਾਂ ਦੇ ਮੌਜੂਦ ਹੈ, ਕਾਰਬੋਹਾਈਡਰੇਟਸ, ਪ੍ਰੋਟੀਨਸ, ਫੈਟਸ, ਨਿਊਕਲਿਕ ਐਸਿਡਸ ਨੂੰ ਡਾਈਜੈਸਟ ਕਰਨ ਦੇ ਲਈ, ਇਸ ਲਈ ਇਹਨੂੰ ਕੰਪਲੀਟ ਜੂਸ ਬੋਲਿਆ ਜਾਂਦਾ ਹੈ। ਲੈਟਸ ਸੀ, ਬੜੀ ਲੰਬੀ ਲਿਸਟ ਹੈ ਇੰਜ਼ਾਈਮਸ ਇਹਦੇ ਵਿੱਚ। ਸੋ ਜਿਹੜੀ ਤੁਹਾਨੂੰ ਅਗਲਾ ਜਿਹੜਾ ਟੌਪਿਕ ਹੋਏਗਾ ਡਾਈਜੈਸ਼ਨ ਵਾਲਾ, ਉਹਦੇ ਵਿੱਚ ਫਿਰ ਮਦਦ ਕਰੇਗੀ। ਸੋ ਇਹ ਨਾਮ ਜਿਹੜੇ ਹੈ ਟ੍ਰਿਪਸੀਨੋਜ਼ਨ, ਕਾਈਮੋਟ੍ਰਿਪਸੀਨੋਜ਼ਨ, ਪ੍ਰੋ ਕਾਰਬੋਕਸੀ ਪੈਪਟਾਈਡੇਜ਼। ਸਟੂਡੈਂਟਸ, ਇਹ ਤੁਹਾਨੂੰ ਮੈਂ ਦੱਸਦਾ ਕਿ ਇਹ ਤਿੰਨੋਂ ਇੰਜ਼ਾਈਮਸ ਇਨਐਕਟਿਵ ਇੰਜ਼ਾਈਮਸ ਹੈ, ਅਸੀਂ ਇਹਨਾਂ ਨੂੰ ਪ੍ਰੋ ਇੰਜ਼ਾਈਮਸ ਬੋਲਦੇ ਹਾਂ, ਠੀਕ ਹੈ। ਸੋ ਇਹ ਇੰਜ਼ਾਈਮਸ ਬਾਅਦ ਵਿੱਚ ਐਕਟਿਵ ਹੁੰਦੇ ਆ, ਠੀਕ ਹੈ। ਟ੍ਰਿਪਸੀਨੋਜ਼ਨ, ਕਾਈਮੋਟ੍ਰਿਪਸੀਨੋਜ਼ਨ, ਪ੍ਰੋ ਕਾਰਬੋਕਸੀ ਪੈਪਟਾਈਡੇਜ਼। ਟ੍ਰਿਪਸੀਨੋਜ਼ਨ ਟ੍ਰਿਪਸਿਨ 'ਚ ਐਕਟੀਵੇਟ ਹੋ ਜਾਏਗਾ, ਕਾਈਮੋਟ੍ਰਿਪਸੀਨੋਜ਼ਨ ਕਾਈਮੋਟ੍ਰਿਪਸਿਨ 'ਚ, ਤੇ ਪ੍ਰੋ ਕਾਰਬੋਕਸੀ ਪੈਪਟਾਈਡੇਜ਼ ਕਾਰਬੋਕਸੀ ਪੈਪਟਾਈਡੇਜ਼ 'ਚ ਐਕਟਿਵ ਹੋ ਜਾਏਗਾ। ਇਹ ਤਿੰਨੋਂ ਇੰਜ਼ਾਈਮਸ ਪ੍ਰੋਟੀਨਸ ਨੂੰ ਡਾਈਜੈਸ਼ਨ ਦੇ ਵਿੱਚ ਮਦਦ ਕਰਦੇ ਆ। ਪੈਂਕ੍ਰੀਏਟਿਕ ਐਲਫਾ ਏਮਾਈਲੇਜ਼, ਪੈਂਕ੍ਰੀਏਟਿਕ ਲਾਈਪੇਜ਼, DNAs, RNAs ਤੇ ਇਲਾਸਟੇਜ਼, ਇਹ ਸਾਰੇ ਇੰਜ਼ਾਈਮਸ ਹੈ ਤੇ ਇਹਦੇ ਵਿੱਚ ਬਾਈਕਾਰਬੋਨੇਟ ਆਇਨਸ ਵੀ ਮੌਜੂਦ ਹੈ। ਹੁਣ ਅਸੀਂ ਪਹੁੰਚੇ ਐਂਡੋਕਰਾਈਨ ਪਾਰਟ ਆਫ ਦਾ ਪੈਂਕਰੀਆਸ। ਇਹ ਡਾਇਗਰਾਮ ਜਿਹੜੀ ਤੁਸੀਂ ਦੇਖ ਰਹੇ ਹੋ ਟਰਾਂਸਵਰਸ ਸੈਕਸ਼ਨ ਹੈ ਪੈਂਕਰੀਆਸ ਦਾ, ਤੇ ਇਹਦੇ ਵਿੱਚ 97% ਤੋਂ 99% ਹਿੱਸਾ ਜਿਹੜਾ ਉਹ ਐਕਸੋਕਰਾਈਨ ਹੈ, ਜਿਹੜਾ ਤੁਸੀਂ ਬਾਹਰ ਯੈਲੋ ਪੋਰਸ਼ਨ ਦੇਖ ਰਹੇ ਹੋ, ਜਿਹਦੇ 'ਚ ਐਸੀਨਾਈ ਮੌਜੂਦ ਹੈ ਤੇ ਡਕਟ ਮੌਜੂਦ ਹੈ, ਸਾਡਾ ਪੈਂਕਰੀਆਸ ਦਾ ਡਕਟ ਮੌਜੂਦ ਹੈ। ਜਿਹੜਾ ਤੁਸੀਂ ਸੈਂਟਰ ਦੇ ਵਿੱਚ ਬਲੂਇਸ਼ ਜਿਹਾ ਪਾਰਟ, ਜਿਹੜਾ ਪਿੰਕਿਸ਼ ਪਾਰਟ ਦੇਖ ਰਹੇ ਹੋ, ਉਹ ਸਿਰਫ ਐਂਡ ਸਿਰਫ 1 to 3% ਬਣਾਉਂਦਾ ਹੈ ਇਹਦਾ ਪੂਰੀ ਪੈਂਕਰੀਆਸ ਦਾ। ਐਂਡ ਸੋ ਦਿਸ ਇਜ਼ ਐਂਡੋਕਰਾਈਨ ਪਾਰਟ। ਇਹਦੇ ਵਿੱਚ ਜਿਹੜੇ ਤੁਸੀਂ ਕਲਸਟਰ ਆਫ ਸੈਲਸ ਦੇਖ ਰਹੇ ਹੋ, ਗੁੱਛਾ ਦੇਖ ਰਹੇ ਹੋ, ਉਹ ਹੈ ਆਈਸਲੈਟਸ ਆਫ ਲੈਂਗਰਹੈਂਸ। ਲੈਂਗਰਹੈਂਸ ਸਾਇੰਟਿਸਟ ਦਾ ਨਾਮ ਹੈ, ਜਿਹਦੇ ਨਾਲ ਇਹਦੇ ਨਾਮ ਦੇ ਨਾਲ ਇਹਨੂੰ ਨਾਮ ਦਿੱਤਾ ਗਿਆ। ਆਈਸਲੈਟਸ ਆਫ ਲੈਂਗਰਹੈਂਸ ਇਹਨਾਂ ਨੂੰ ਬੋਲਿਆ ਜਾਂਦਾ ਹੈ, ਜਿਨ੍ਹਾਂ ਦਾ ਕੰਮ ਹੈ ਹਾਰਮੋਨਸ ਅਲੱਗ-ਅਲੱਗ ਤਰ੍ਹਾਂ ਦੇ ਸਕ੍ਰੀਟ ਕਰਨਾ, ਜਿਵੇਂ ਗਲੂਕਾਗੋਨ ਹਾਰਮੋਨ, ਇਨਸੂਲਿਨ ਹਾਰਮੋਨ, ਸਮੈਟੋਸਟੈਟਿਨ ਹਾਰਮੋਨ, ਪੈਂਕ੍ਰੀਏਟਿਕ ਪੋਲੀਪੈਪਟਾਈਡ PP ਜਿਹਨੂੰ ਅਸੀਂ ਬੋਲਦੇ ਹਾਂ ਹਾਰਮੋਨ। ਇਹਦੇ ਵਿੱਚੋਂ ਦੀ ਦੋ ਹੀ ਮੇਨ ਹਾਰਮੋਨਸ ਹੈ, ਇੱਕ ਗਲੂਕਾਗੋਨ ਤੇ ਇੱਕ ਇਨਸੂਲਿਨ। ਜਿਹੜੇ ਇਹਦੇ ਤੁਸੀਂ ਦੇਖ ਰਹੇ ਹੋ ਸੈਲਸ ਹੈ, ਠੀਕ ਹੈ। ਸੋ ਉਹ ਬਲੂ ਕਲਰ ਦੇ ਸੈਲਸ ਹੈ, ਉਹ ਬੀਟਾ ਸੈਲਸ ਹੈ, ਔਰ ਜਿਹੜੇ ਤੁਸੀਂ ਡਾਰਕ ਬਲੂ ਕਲਰ ਦੇ ਸੈਲਸ ਦੇਖ ਰਹੇ ਹੋ ਉਹ ਐਲਫਾ ਸੈਲਸ ਹੈ। ਔਰ ਇਹਦੇ ਵਿੱਚ ਕੁਝ ਹੋਰ ਵੀ ਸੈਲਸ ਹੁੰਦੇ ਆ, ਜਿੱਦਾਂ ਡੈਲਟਾ ਸੈਲਸ, ਹੋਰ ਇੱਦਾਂ ਸੈਲਸ ਹੁੰਦੇ ਆ, ਪਰ ਆਪਾਂ ਦੋ ਹੀ ਮੇਨ ਸੈਲਸ ਦੇ ਬਾਰੇ ਗੱਲ ਕਰਾਂਗੇ। ਜਿਹੜੇ ਐਲਫਾ ਸੈਲਸ ਹੈ ਉਹਨਾਂ ਤੋਂ ਗਲੂਕਾਗੋਨ ਹਾਰਮੋਨ ਪ੍ਰੋਡਿਊਸ ਹੁੰਦਾ ਹੈ, ਜਿਹੜੇ ਬੀਟਾ ਸੈਲਸ ਹੈ ਉਹਨਾਂ ਤੋਂ ਇਨਸੂਲਿਨ ਹਾਰਮੋਨ ਪ੍ਰੋਡਿਊਸ ਹੁੰਦਾ ਹੈ। ਇਹ ਦੋਨੋਂ ਹੀ ਹਾਰਮੋਨਸ ਜਿਹੜੇ ਆ ਸਾਡੇ ਬਲੱਡ ਦੀ ਸ਼ੂਗਰ ਲੈਵਲ ਨੂੰ ਰੈਗੂਲੇਟ ਕਰਦੇ ਆ। ਜਿੱਦਾਂ ਇਨਸੂਲਿਨ ਹੈ ਉਹ ਸ਼ੂਗਰ ਦੇ ਲੈਵਲ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ, ਅਗਰ ਸ਼ੂਗਰ ਜਿਹੜੀ ਹੈ ਜ਼ਿਆਦਾ ਹੋ ਗਈ ਹੈ ਤਾਂ ਉਹਨੂੰ ਘਟਾਉਂਦਾ ਹੈ, ਨਾਰਮਲ 'ਤੇ ਲਿਆਉਂਦਾ ਹੈ। ਔਰ ਅਗਰ ਸ਼ੂਗਰ ਜਿਹੜੀ ਹੈ ਕਿਸੇ ਕਾਰਨ ਤੁਹਾਡੇ ਬਲੱਡ ਦੇ ਵਿੱਚ ਘਟ ਗਈ ਹੈ ਤਾਂ ਉਹਨੂੰ ਨਾਰਮਲ ਦੇ ਉੱਤੇ ਲਿਆਉਣ ਦਾ ਕੰਮ ਜਿਹੜਾ ਉਹ ਗਲੂਕਾਗੋਨ ਕਰਦਾ ਹੈ। ਇਹ ਦੋਨੋਂ ਹੀ ਸੈਲਸ, ਦੋਨੋਂ ਜਿਹੜੇ ਹਾਰਮੋਨਸ ਹੈ ਉਹ ਪੈਂਕਰੀਆਸ ਤੋਂ ਆਉਂਦੇ ਆ। ਦੈਨ ਹੁਣ ਅਸੀਂ ਪਹੁੰਚੇ ਫੰਕਸ਼ਨਸ ਆਫ ਪੈਂਕਰੀਆਸ। ਸੋ ਜਿੱਦਾਂ ਤੁਸੀਂ ਟ੍ਰਿਪਸਿਨ ਤੇ ਕਾਈਮੋਟ੍ਰਿਪਸਿਨ ਜਿਹੜੇ ਐਕਟੀਵੇਟਡ ਇੰਜ਼ਾਈਮਸ ਮੈਂ ਨਾਮ ਬੋਲੇ ਸੀ, ਤਾਂ ਉਹ ਹੈ ਪ੍ਰੋਟੀਨਸ ਨੂੰ ਡਾਈਜੈਸਟ ਕਰਨ ਦੇ ਲਈ। ਜਿਹੜਾ ਪੈਂਕ੍ਰੀਏਟਿਕ ਲਾਈਪੇਜ਼ ਏਮਾਈਲੇਸ ਇੰਜ਼ਾਈਮ ਹੈ ਉਹ ਕਾਰਬੋਹਾਈਡਰੇਟਸ ਨੂੰ ਡਾਈਜੈਸਟ ਕਰਦਾ ਹੈ। ਪੈਂਕ੍ਰੀਏਟਿਕ ਲਾਈਪੇਜ਼ ਫੈਟਸ ਨੂੰ ਫੈਟੀ ਐਸਿਡਸ ਦੇ ਵਿੱਚ ਤੇ ਕੋਲੈਸਟਰੋਲ ਦੇ ਵਿੱਚ ਜਾਂ ਐਲਕੋਹਲਸ ਦੇ ਵਿੱਚ ਤੋੜਦਾ ਹੈ। ਇਨਸੂਲਿਨ ਤੇ ਗਲੂਕਾਗੋਨ ਹਾਰਮੋਨ ਜਿਹੜੇ ਉਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ। ਨੈਕਸਟ ਸਾਡੀ ਗਲੈਂਡ ਹੈ ਇੰਟੈਸਟਾਈਨਲ ਗਲੈਂਡਸ। ਇਹ ਇੰਟੈਸਟਾਈਨਲ ਗਲੈਂਡਸ ਵਾਲ ਆਫ ਇੰਟੈਸਟਾਈਨ ਦੇ ਵਿੱਚ ਮੌਜੂਦ ਹੈ। ਡਿਊਡੈਨਮ, ਜਿਜੈਨਮ ਤੇ ਇਲੀਅਮ ਆਪਾਂ ਪਾਰਟਸ ਕੀਤੇ ਸੀਗੇ, ਉਹਦੇ ਵਿੱਚ ਇਹ ਮੌਜੂਦ ਹੈ।
ਤੁਹਾਨੂੰ ਯਾਦ ਹੋਣਾ ਉੱਥੇ ਵਿਲਾਈ ਸੀਗੇ ਮੌਜੂਦ। ਤਾਂ ਇਹ ਜਿਹੜੇ ਵਿਲਾਈ ਹੈ, ਦੋ ਵਿਲਾਈ ਹੈ ਜਿੱਦਾਂ, ਉਹਨਾਂ ਦੇ ਅਗਰ ਤੁਸੀਂ ਇਹ ਡਾਇਗਰਾਮ ਦੇਖੋਗੇ ਤਾਂ ਉੱਥੇ ਉਹਨਾਂ ਦੇ ਵਿਚਕਾਰ ਜਿਹੜੇ ਇਹ ਗਲੈਂਡ ਮੌਜੂਦ ਹੈ, ਕ੍ਰਿਪਟਸ ਆਫ ਲਿਬਰਕੋਨ ਪਹਿਲੀ ਗਲੈਂਡ ਦਾ ਨਾਮ ਹੈ। ਦੂਸਰੀ ਜਿਹੜੀ ਗਲੈਂਡ ਹੈ ਉਹ ਨੀਚੇ ਜਿਹੜੀ ਪ੍ਰੈਜ਼ੈਂਟ ਹੈ ਸਬ ਮਿਊਕੋਸਾ ਦੇ ਵਿੱਚ, ਤਾਂ ਉਹਦਾ ਨਾਮ ਹੈ ਬਰੂਨਰਸ ਗਲੈਂਡ। ਮੈਂ ਰਾਊਂਡ ਕੀਤਾ ਇਹਨਾਂ ਨੂੰ ਪਿਕਚਰ ਦੇ ਵਿੱਚ ਇਹਦੀ। ਤਾਂ ਕ੍ਰਿਪਟਸ ਆਫ ਲਿਬਰਕੋਨ ਐਂਡ ਬਰੂਨਰਸ ਗਲੈਂਡਸ, ਇਹ ਦੋ ਤਰ੍ਹਾਂ ਦੀਆਂ ਗਲੈਂਡਸ ਮੌਜੂਦ ਹੈ। ਇਹਨਾਂ ਦਾ ਕੰਮ ਹੈ ਇੰਟਸਟਾਈਨਲ ਜੂਸ ਟੂਗੈਦਰ ਇਹ ਮਿਲ ਕੇ ਇੰਟਸਟਾਈਨਲ ਜੂਸ ਪ੍ਰੋਡਿਊਸ ਕਰਦੀਆਂ। ਔਰ ਇਸ ਇੰਟਸਟਾਈਨਲ ਜੂਸ ਦਾ ਇੱਕ ਬੜਾ ਇੰਪੋਰਟੈਂਟ ਨਾਮ ਹੈ ਜਿਹੜਾ ਤੁਹਾਡੇ ਨੀਟ ਦੇ ਐਗਜ਼ਾਮੀਨੇਸ਼ਨ ਦੇ ਲਈ ਸੋ ਬਹੁਤ ਇੰਪੋਰਟੈਂਟ ਹੈ, ਉਹ ਹੈ ਸਕਸ ਐਂਟੈਰਿਕਸ। ਇਹ ਯਾਦ ਰੱਖ ਲੈਣਾ ਸਟੂਡੈਂਟਸ, ਸਕਸ ਐਂਟੈਰਿਕਸ। ਇਸ ਇੰਟਸਟਾਈਨਲ ਜੂਸ ਵਿੱਚ ਇੰਜਾਈਮਸ ਹੈ ਤੇ ਮਿਊਕਸ ਹੈ, ਬਹੁਤ ਸਾਰੇ ਇੰਜਾਈਮਸ ਹੈ। ਜਿੱਦਾਂ ਆਪਾਂ ਪੈਂਕਰੀਆਸ ਦੇ ਪੈਂਕਰੇਟਿਕ ਜੂਸ 'ਚ ਕੀਤਾ ਬਹੁਤ ਸਾਰੇ ਇੰਜਾਈਮਸ, ਉੱਦਾਂ ਹੀ ਇੱਥੇ ਹੈ। ਇਹਦਾ ਡੇਲੀ ਜਿਹੜਾ ਪ੍ਰੋਡਕਸ਼ਨ ਹੈ ਉਹ ਤਕਰੀਬਨ ਸੋ 2 ਲੀਟਰ ਕਹਿ ਸਕਦੇ ਹੋ, 1800 ਮਿਲੀਲੀਟਰ ਮਤਲਬ 1.8 ਲੀਟਰ ਜਾਂ 2 ਲੀਟਰ ਦੇ ਕਰੀਬ। ਪੀਐਚ ਇਹਦੀ 8.3 ਹੈ, ਇਹ ਵੀ ਐਲਕੇਲਾਈਨ ਹੈ। ਤੁਸੀਂ ਦੇਖਿਆ ਬਾਈਲ ਜਿਹੜਾ ਲਿਵਰ ਤੋਂ ਆਇਆ ਉਹ ਵੀ ਐਲਕੇਲਾਈਨ ਸੀਗਾ, ਪੈਂਕਰੇਟਿਕ ਜੂਸ ਜਿਹੜਾ ਆਇਆ ਉਹ ਵੀ ਐਲਕੇਲਾਈਨ ਹੈ, ਤੇ ਇਹ ਜਿਹੜਾ ਇੰਟਸਟਾਈਨਲ ਜੂਸ ਇੱਥੇ ਪ੍ਰੋਡਿਊਸ ਹੋ ਰਿਹਾ ਉਹ ਵੀ ਐਲਕੇਲਾਈਨ ਹੈ। ਮਤਲਬ ਇੰਟਸਟਾਈਨ 'ਚ ਜੋ ਵੀ ਸਕ੍ਰੀਸ਼ਨਸ ਆਉਂਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਐਲਕੇਲਾਈਨ ਹੈ। ਸਿਰਫ ਇੱਕ ਸਟਮਕ ਦੇ ਵਿੱਚ ਐਸਿਡਿਕ ਸੀ। ਇੰਟਸਟਾਈਨਲ ਜੂਸ ਜਿਹੜਾ ਉਹ ਕਾਰਬੋਹਾਈਡਰੇਟਸ, ਪ੍ਰੋਟੀਨਸ ਤੇ ਫੈਟਸ ਨੂੰ ਡਾਈਜੈਸਟ ਕਰਨ ਦੇ ਵਿੱਚ ਮਦਦ ਕਰਦਾ ਹੈ। ਇੰਟਸਟਾਈਨਲ ਜੂਸ ਦੀ ਜਿਹੜੀ ਕੰਪੋਜੀਸ਼ਨ ਹੈ ਉਹਦੇ ਵਿੱਚ ਪ੍ਰੋਟੀਓਲਿਟਿਕ ਇੰਜ਼ਾਈਮਸ, ਜਿਨ੍ਹਾਂ ਨੂੰ ਅਸੀਂ ਪੈਪਟਾਈਡੇਸਿਸ ਕਹਿੰਦੇ ਹਾਂ, ਮਤਲਬ ਪ੍ਰੋਟੀਨਸ ਦੀ ਡਾਈਜੈਸ਼ਨ ਦੇ ਲਈ ਉਹ ਹੈ ਸੋ ਅਮਾਈਨੋ ਪੈਪਟਾਈਡੇਸ ਇੰਜ਼ਾਈਮ, ਡਾਈਪੈਪਟਾਈਡੇਸ ਇੰਜ਼ਾਈਮ। ਇੱਕ ਐਂਟੀਰੋਕਾਈਨੇਸ ਜਿਹੜਾ ਨੰਬਰ 1 ਤੇ ਲਿਖਿਆ ਹੈ ਉਹ ਡਾਈਜੈਸ਼ਨ 'ਚ ਨਹੀਂ ਰੋਲ ਪਲੇ ਕਰਦਾ, ਉਹ ਜਿਹੜਾ ਉੱਪਰ ਸਾਡਾ ਟ੍ਰਿਪਸੀਨੋਜ਼ਨ ਇੰਜ਼ਾਈਮ ਹੈ ਉਹਨੂੰ ਟ੍ਰਿਪਸਿਨ ਦੇ ਵਿੱਚ ਐਕਟੀਵੇਟ ਕਰਨ ਦੇ ਵਿੱਚ ਮਦਦ ਕਰਦਾ ਹੈ। ਇਹਦਾ ਕੰਮ ਹੈ ਐਕਟੀਵੇਸ਼ਨ ਦਾ। ਪਰ ਅਮਾਈਨੋ ਪੈਪਟਾਈਡੇਸ ਤੇ ਡਾਈਪੈਪਟਾਈਡੇਸ ਜਿਹੜੇ ਇਹਨਾਂ ਦਾ ਕੰਮ ਹੈ ਪ੍ਰੋਟੀਨਸ ਦੇ ਵਿੱਚ ਜਿਹੜੀ ਛੋਟੀਆਂ ਪ੍ਰੋਟੀਨਸ ਹੈ ਉਹਨਾਂ ਨੂੰ ਅੱਗੇ ਅਮਾਈਨੋ ਐਸਿਡਸ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਮਦਦ ਕਰਨਾ, ਮਤਲਬ ਫਰਦਰ ਡਾਈਜੈਸ਼ਨ 'ਚ ਮਦਦ ਕਰਨਾ। ਲਿਪੋਲਿਟਿਕ ਇੰਜ਼ਾਈਮਸ, ਜਿਨ੍ਹਾਂ ਨੂੰ ਅਸੀਂ ਲਾਈਪੇਸਿਸ ਵੀ ਕਹਿੰਦੇ ਹਾਂ, ਇੰਟਸਟਾਈਨਲ ਲਾਈਪੇਸ ਹੈ ਜਿਹੜਾ ਫੈਟਸ ਦੀ ਡਾਈਜੈਸ਼ਨ ਦੇ ਵਿੱਚ ਮਦਦ ਕਰਦਾ ਹੈ। ਅਮਾਈਲੋਲਿਟਿਕ ਇੰਜ਼ਾਈਮ ਏਮਾਈਲੇਸਿਸ ਦੇ ਲਈ, ਮਤਲਬ ਸਟਾਰਚਿਸ ਦੇ ਲਈ, ਤੇ ਇਹ ਛੋਟੀ ਜਿਹੜੀਆਂ ਸ਼ੂਗਰਸ ਹੈ ਡਾਈਸੈਕਰਾਈਡਸ ਹੈ ਉਹਨਾਂ ਨੂੰ ਡਾਈਜੈਸਟ ਕਰਨ 'ਚ ਮਦਦ ਕਰਦਾ। ਸੁਕਰੇਜ਼, ਮਾਲਟੇਜ਼ ਇੰਜ਼ਾਈਮ, ਲੈਕਟੇਜ਼ ਇੰਜ਼ਾਈਮ। ਦੈਨ ਨਿਊਕਲੀਏਸਿਸ ਇੰਜ਼ਾਈਮਸ ਹੈ ਜਿਹੜੇ ਨਿਊਕਲਿਕ ਐਸਿਡਸ ਦੇ ਜਿਹੜੇ ਪਾਰਟਸ ਹੈ ਉਹਨਾਂ ਨੂੰ ਡਾਈਜੈਸਟ ਕਰਨ 'ਚ ਮਦਦ ਕਰਦੇ, ਜਿਵੇਂ ਨਿਊਕਲੀਓਟਾਈਡਸ ਨੂੰ ਡਾਈਜੈਸਟ ਕਰਨ ਦੇ ਲਈ ਨਿਊਕਲੀਓਟਾਈਡੇਜ਼, ਨਿਊਕਲੀਓਸਾਈਡ ਨੂੰ ਡਾਈਜੈਸਟ ਕਰਨ ਦੇ ਲਈ ਨਿਊਕਲੀਓਸਾਈਡੇਜ਼। ਇਹ ਇੰਜ਼ਾਈਮਸ। ਹੁਣ ਅਸੀਂ ਲਾਸਟ ਗਲੈਂਡਸ ਉੱਤੇ ਪਹੁੰਚ ਗਏ, ਉਹ ਹੈ ਗੈਸਟ੍ਰਿਕ ਗਲੈਂਡਸ। ਇਹਨਾਂ ਦਾ ਥੋੜਾ ਹਿੱਸਾ ਜਿਹੜਾ ਅਸੀਂ ਸਟਮਕ ਦੇ ਵਿੱਚ ਡਿਸਕਸ ਕਰ ਲਿਆ ਸੀਗਾ, ਤੇ ਇਹ ਬ੍ਰਾਂਚ ਟਿਊਬੂਲਰ ਗਲੈਂਡਸ ਹੈ ਜਿਹੜੀਆਂ ਮਿਲੀਅਨਸ ਦੇ ਵਿੱਚ ਮੌਜੂਦ ਹੈ ਮਿਊਕੋਸਾ ਆਫ ਦਾ ਸਟਮਕ, ਅੰਦਰਲੇ ਪਾਸੇ ਮਿਊਕੋਸਾ ਜਿਹੜੀ ਲਾਈਨਿੰਗ ਹੈ। ਐਂਡ ਇਹ ਬ੍ਰਾਂਚ ਟਿਊਬੂਲਰ ਜਿਹੜੀਆਂ ਹੈ ਗਲੈਂਡਸ ਇਸ ਟਾਈਮ ਤੁਸੀਂ ਉਹ ਦੇਖ ਰਹੇ ਹੋ। ਇਹਦੇ ਵਿੱਚ ਡਿਫਰੈਂਟ ਟਾਈਪਸ ਦੇ ਸੈਲਸ ਹੈ ਜਿਹੜੇ ਇੱਥੇ ਇਸ ਟਾਈਮ ਕਲਰਫੁਲ ਬਣਾਏ ਹੋਏ ਆ। ਸੋ ਸਭ ਤੋਂ ਪਹਿਲਾਂ ਜਿਹੜੇ ਗ੍ਰੀਨ ਕਲਰ ਦੇ ਸੈਲਸ ਹੈ ਥੋੜੇ ਲੀਫ ਲਾਈਕ ਹੁੰਦੇ ਆ, ਪੈਰਾਈਟਲ ਸੈਲਸ ਜਾਂ ਇਹਨਾਂ ਨੂੰ ਆਗਜ਼ੈਂਟਿਕ ਸੈਲਸ ਬੋਲਦੇ ਆ, ਇਹ ਤੁਹਾਨੂੰ ਅੱਗੇ ਪਤਾ ਚੱਲੇਗਾ ਡਿਟੇਲ। ਦੈਨ ਸੈਕਿੰਡ ਜਿਹੜੇ ਇਹਦੇ ਵਿੱਚ ਬਰਾਊਨ ਕਲਰ ਦੇ ਸੈਲਸ ਤੁਸੀਂ ਦੇਖ ਰਹੇ ਹੋ, ਇਹ ਨੈਕ ਵਾਲੇ ਪਾਸੇ ਜ਼ਿਆਦਾ ਹੁੰਦੇ, ਮਿਊਕਸ ਸੈਲਸ ਜਿਹੜੇ ਮਿਊਕਸ ਪ੍ਰੋਡਿਊਸ ਕਰਨਗੇ। ਜਿਹੜੇ ਪਰਪਲ ਕਲਰ ਦੇ ਤੁਸੀਂ ਦੇਖ ਰਹੇ ਹੋ ਚੀਫ ਸੈਲਸ ਹੈ, ਇਹਨਾਂ ਨੂੰ ਅਸੀਂ ਜਾਈਮੋਜਨ ਸੈਲਸ ਵੀ ਬੋਲਦੇ ਹਾਂ। ਤੇ ਇੱਕ ਥੋੜੇ ਜਿਹੇ ਲਾਈਟ ਗ੍ਰੀਨ ਕਲਰ ਦੇ ਤੁਸੀਂ ਡੀ ਸੈਲਸ ਦੇਖ ਰਹੇ ਹੋ। ਨੈਕਸਟ ਜਿਹੜਾ ਇਹਨਾਂ ਦੀ ਡਿਟੇਲ ਕਰਦੇ ਹਾਂ ਹੁਣ ਆਪਾਂ। ਇਹਦੇ 'ਚ ਜਿਹੜੇ ਸਭ ਤੋਂ ਪਹਿਲਾਂ ਵਾਲੇ ਜਾਈਮੋਜਨ ਸੈਲਸ ਹੈ ਜਿਨ੍ਹਾਂ ਨੂੰ ਅਸੀਂ ਚੀਫ ਸੈਲਸ ਬੋਲਿਆ ਸੀਗਾ, ਇਹਨਾਂ ਦਾ ਕੰਮ ਹੈ ਪੈਪਸਿਨ ਤੇ ਰੈਨਿਨ ਹਾਰਮੋਨਸ ਪ੍ਰੋਡਿਊਸ ਕਰਨਾ। ਦੇ ਆਰ ਵੈਰੀ ਇੰਪੋਰਟੈਂਟ ਹਾਰਮੋਨਸ। ਦੈਨ ਇਹ ਵੀ ਇਨਐਕਟਿਵ ਫਾਰਮ ਦੇ ਵਿੱਚ ਪ੍ਰੋਡਿਊਸ ਹੁੰਦੇ ਆ। ਪੈਪਸੀਨੋਜ਼ਨ ਇਨਐਕਟਿਵ ਫਾਰਮ ਹੈ, ਪੈਪਸਿਨ ਉਹਦੀ ਐਕਟਿਵ ਫਾਰਮ ਹੈ। ਪ੍ਰੋਰੈਨਿਨ ਇਨਐਕਟਿਵ ਫਾਰਮ ਹੈ ਤੇ ਰੈਨਿਨ ਜਿਹੜੀ ਉਹਦੀ ਐਕਟਿਵ ਫਾਰਮ ਹੈ। ਇਨਐਕਟਿਵ ਫਾਰਮ 'ਚ ਪਹਿਲਾਂ ਪ੍ਰੋਡਿਊਸ ਹੁੰਦੇ ਆ, ਬਾਅਦ ਵਿੱਚ ਇਹਨਾਂ ਨੂੰ ਐਕਟੀਵੇਟ ਇਸ ਫਾਰਮ 'ਚ ਕੀਤਾ ਜਾਂਦਾ ਹੈ। ਪੈਰਾਈਟਲ ਜਾਂ ਆਗਜ਼ੈਂਟਿਕ ਸੈਲਸ ਜਿਹੜੇ ਆ, ਸੋ ਇਹ ਪੂਰੀ ਲੈਂਥ ਦੇ ਵਿੱਚ ਇਹਦੇ ਗਲੈਂਡ ਦੇ ਮੌਜੂਦ ਹੈ ਔਰ ਇਹ ਡਿਲੂਟ HCl ਪ੍ਰੋਡਿਊਸ ਕਰਦੇ ਆ। ਠੀਕ ਹੈ ਜੀ। ਸੋ ਜਿਹੜੇ ਜਾਈਮੋਜਨ ਸੈਲ ਸੀਗੇ ਉਹ ਤਾਂ ਬੇਸ ਵਾਲੇ ਪਾਸੇ ਸੀਗੇ ਨਾ ਸਿਰਫ, ਤਾਂ ਜਿੱਦਾਂ ਆਪਾਂ ਉਸ ਪਿਕਚਰ 'ਚ ਦੇਖਿਆ ਸੀਗਾ। ਤੇ ਇੱਥੇ ਜਿਹੜੇ ਇਹ ਪੈਰਾਈਟਲ ਸੈਲਸ ਹੈ ਪੂਰੀ ਲੈਂਥ ਦੇ ਵਿੱਚ ਮੌਜੂਦ ਹੈ, ਡਿਲੂਟ HCl ਪ੍ਰੋਡਿਊਸ ਕਰਦੇ। ਤੇ ਇੱਕ ਕੈਸਲੇਸ ਇੰਟ੍ਰਿੰਸਿਕ ਫੈਕਟਰ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਇਹ ਵਿਟਾਮਿਨ B12 ਨੂੰ ਐਬਜ਼ੌਰਬ ਕਰਨ 'ਚ ਮਦਦ ਕਰਦਾ, ਉਹ ਇਹ ਇੱਥੇ ਮੌਜੂਦ ਹੈ। ਮਿਊਕਸ ਸੈਲਸ, ਠੀਕ ਹੈ, ਜਿਹਨਾਂ ਨੂੰ ਨੈਕ ਸੈਲਸ ਵੀ ਕਿਹਾ ਜਾਂਦਾ, ਨੈਕ ਵਾਲੇ ਪਾਸੇ ਜ਼ਿਆਦਾ ਹੁੰਦੇ, ਇਹਨਾਂ ਦਾ ਕੰਮ ਹੈ ਮਿਊਕਸ ਪ੍ਰੋਡਿਊਸ ਕਰਨਾ। ਤੇ ਇਹ ਸਾਰੀਆਂ ਸਕ੍ਰੀਸ਼ਨਸ ਇਹਨਾਂ ਸਾਰੇ ਸੈਲਸ ਤੋਂ ਮਿਲ ਕੇ ਬਣਾਉਂਦੀਆਂ ਗੈਸਟ੍ਰਿਕ ਜੂਸ, ਜਿਹਦੀ ਪੀਐਚ ਜਿਹੜੀ ਉਹ 1.5 to 2.5 ਦੇ ਨੇੜੇ ਹੁੰਦੀ ਹੈ, ਜਿਹੜੀ ਕਿ ਹਾਈਲੀ ਐਸਿਡਿਕ ਕੰਸੀਡਰ ਹੁੰਦੀ ਹੈ। ਫੰਕਸ਼ਨਸ ਜਿਹੜੇ ਗੈਸਟ੍ਰਿਕ ਜੂਸ ਦੇ, ਵਾਟਰ ਜਿਹੜਾ ਉਹਦਾ ਕੰਮ ਹੈ ਫੂਡ ਨੂੰ ਲਿਕੁਇਫਾਈ ਕਰਕੇ, ਸੋ ਜਿਹੜਾ ਅੱਗੇ ਜਿਹੜਾ ਉਹਨੂੰ ਇੰਟਸਟਾਈਨ ਦੇ ਵਿੱਚ ਭੇਜਣਾ। ਠੀਕ ਹੈ। ਤੇ ਦੈਨ ਉਸ ਤੋਂ ਬਾਅਦ ਹਾਈਡਰੋਕਲੋਰਿਕ ਐਸਿਡ ਜਿਹੜਾ
ਇਹਦਾ ਮੇਨ ਫੰਕਸ਼ਨ ਹੈ, ਇਹਦਾ ਕੰਮ ਹੈ ਫੂਡ ਨੂੰ ਐਸਿਡਿਕ ਬਣਾਉਣਾ ਤੇ ਸਲਿਵਰੀ ਐਮਾਈਲੇਜ਼ ਜਿਹੜਾ ਉੱਪਰੋਂ ਦੀ ਬੋਲਸ ਦੇ ਵਿੱਚ ਫੂਡ ਦੇ ਥਰੂ ਆਇਆ ਹੈ ਉਹਨੂੰ ਹੁਣ ਇਨਐਕਟਿਵ ਬਣਾ ਦੇਣਾ, ਕਿਉਂਕਿ ਉਹਦਾ ਰੋਲ ਨਹੀਂ ਹੈ ਹੁਣ ਇੱਥੇ, ਉਹਨੂੰ ਇਨਐਕਟਿਵ ਕਰ ਦੇਗਾ ਇਹ। ਜਿਹੜੇ ਮਾਈਕਰੋਸ ਫੂਡ ਦੇ ਨਾਲ ਆਏ ਆ ਉਹਨਾਂ ਨੂੰ ਕਿਲ ਕਰਨਾ, ਦੈਨ ਐਸਿਡਿਕ ਇਨਵਾਇਰਨਮੈਂਟ ਪ੍ਰੋਡਿਊਸ ਕਰਨਾ ਤਾਂ ਕਿ ਜਿਹੜੇ ਪ੍ਰੋ ਇੰਜ਼ਾਈਮਸ ਹੈ ਸਾਡੇ ਪੈਪਸੀਨੋਜ਼ਨ ਤੇ ਪ੍ਰੋ ਰੈਨਿਨ ਉਹਨਾਂ ਨੂੰ ਐਕਟੀਵੇਟ ਕੀਤਾ ਜਾ ਸਕੇ ਪੈਪਸਿਨ ਐਂਡ ਰੈਨਿਨ ਦੇ ਵਿੱਚ। ਦੈਨ ਸੋ ਇਹਦਾ ਫੰਕਸ਼ਨ ਹੋ ਗਿਆ, ਠੀਕ ਹੈ। ਤੇ ਬਾਕੀ ਜਿਹੜੇ ਇੰਜ਼ਾਈਮਸ ਹੈ ਜਿੱਦਾਂ ਹੁਣ ਪੈਪਸਿਨ ਹੈ ਰੈਨਿਨ ਹੈ ਉਹਨਾਂ ਨੇ ਫੰਕਸ਼ਨ ਵੀ ਜਿਹੜਾ ਉਹ ਐਸਿਡਿਕ ਇਨਵਾਇਰਨਮੈਂਟ 'ਚ ਹੀ ਕਰਨਾ, ਜੇ ਉਹ ਐਸਿਡਿਕ ਇਨਵਾਇਰਨਮੈਂਟ ਹੋਏਗਾ ਤਾਂ ਹੀ ਇਹ ਇੰਜ਼ਾਈਮਸ ਵਰਕ ਕਰਨਗੇ। ਤੇ ਉਸ ਤੋਂ ਬਾਅਦ ਪੈਪਸਿਨ ਦਾ ਕੰਮ ਹੈਗਾ ਪ੍ਰੋਟੀਨਸ ਨੂੰ ਡਾਈਜੈਸਟ ਕਰਨਾ ਤੇ ਰੈਨਿਨ ਦਾ ਕੰਮ ਹੈ ਮਿਲਕ ਦੀ ਕਡਲਿੰਗ ਕਰਨਾ। ਜਿਹੜਾ ਅਸੀਂ ਦੁੱਧ ਪੀਂਦੇ ਹਾਂ ਤਾਂ ਉਹਦੇ ਵਿੱਚ ਇੱਕ ਕੈਸੀਨ ਪ੍ਰੋਟੀਨ ਹੁੰਦੀ ਹੈ, ਉਹਨੂੰ ਪ੍ਰੈਸੀਪਿਟੇਟਸ ਉਹਦੇ ਬਣਾਉਣਾ, ਮਤਲਬ ਉਹਨੂੰ ਕਡਲਿੰਗ ਕਰਨਾ ਤਾਂ ਕਿ ਉਹ ਫਰਦਰ ਡਾਈਜੈਸਟ ਆਸਾਨੀ ਨਾਲ ਹੋ ਸਕੇ। ਗੈਸਟ੍ਰਿਕ ਲਾਈਪੇਜ਼ ਜਿਹੜਾ ਇਹਦੇ 'ਚ ਇੰਜ਼ਾਈਮ ਆ ਉਹਦਾ ਕੰਮ ਹੈ ਫੈਟਸ ਨੂੰ ਡਾਈਜੈਸਟ ਕਰਨਾ, ਪਰ ਇਹ ਪਾਰਸ਼ਲੀ ਕਰਦਾ ਕਿਉਂਕਿ ਐਨੀ ਐਸਿਡਿਕ ਪੀਐਚ ਦੇ ਉੱਤੇ ਕੰਮ ਨਹੀਂ ਕਰ ਪਾਉਂਦਾ, ਇਹਦੇ ਲਈ ਇਹ ਸੂਟੇਬਲ ਪੀਐਚ ਨਹੀਂ ਹੈ, ਠੀਕ ਹੈ। ਸੋ ਇਸ ਕਰਕੇ ਇਹ ਥੋੜਾ ਪਾਰਸ਼ਲੀ ਹੀ ਕੰਮ ਸੋ ਕਰੇਗਾ। ਸੋ ਸਟੂਡੈਂਟਸ ਹੁਣ ਅਸੀਂ ਸਾਰੀਆਂ ਗਲੈਂਡਸ ਕਰ ਲਈਆਂ 1 ਬਾਏ 1, ਤਾਂ ਆਪਾਂ ਹੁਣ ਇਸ ਪੋਜੀਸ਼ਨ 'ਚ ਆ ਗਏ ਕਿ ਅਸੀਂ ਕੁਝ ਕੁਐਸਚਨਸ ਨੂੰ ਆਨਸਰ ਕਰ ਸਕਦੇ ਹਾਂ। ਸੋ ਲੈਟਸ ਸੀ ਕਿ ਤੁਸੀਂ ਕਿੰਨੇ ਕੁਐਸਚਨਸ ਜਿਹੜੇ ਆਨਸਰ ਕਰ ਪਾਓਗੇ। ਸੋ ਆਈ ਹੋਪ ਕਿ ਤੁਸੀਂ ਸਾਰੇ ਇਹਦੇ ਆਨਸਰਸ ਜਿਹੜੇ ਦੇ ਪਾਓਗੇ। ਸੋ ਨੇਮ ਦਾ ਲਾਰਜੈਸਟ ਗਲੈਂਡ ਇਨ ਹਿਊਮਨ ਬੋਡੀ। Second question, name the main enzyme present in saliva. Third, so what is the pH of gastric juice? Fourth, label the parts of the gland shown in the diagram. जो ये diagram ਤੁਸੀਂ ਦੇਖ ਰਹੇ ਹੋ ਜਿਹੜੇ parts ਉਹਨਾਂ ਨੂੰ label ਕਰਨਾ। Then ਉਸ ਤੋਂ ਬਾਅਦ what is the composition of pancreatic juice? What ਇਹ 'ਚ enzymes ਵਗੈਰਾ ਸਾਰਾ ਦੱਸਣਾ। What is the other name of intestinal juice? ਜਿਹੜਾ ਬਹੁਤ important name ਸੀ, ਮੈਂ ਤੁਹਾਨੂੰ ਕਿਹਾ ਸੀ ਨੀਟ ਦੇ ਲਈ important ਹੈ। Then what is Glissan's capsule? So these are the questions, students. So now we have completed this topic. Thank you very much.